Hello everyone, welcome to Victor's Knowledge. This is Chinu Sharma, and today I am going to discuss a very important topic from Punjab Sub Inspector Exam syllabus. So अपना आज का टॉपिक रहूगा इंडियन कॉन्स्टिट्यूशन जुडिशियल इंस्टीट्यूशन। सो ਜਿਹੜਾ ਆਪਣਾ ਸੰਵਿਧਾਨ ਹੈ ਇੰਡੀਆ ਦਾ ਉਹਦੇ ਵਿੱਚ ਕੁਝ ਜੁਡੀਸ਼ੀਅਲ ਬਾਡੀਜ਼ ਦੀ ਗੱਲ ਕੀਤੀ ਗਈ ਹੈ। ਸੋ ਆਪਾਂ ਇਹਦੇ ਬਾਰੇ ਅੱਜ ਪੜਾਂਗੇ ਤੇ ਇਹਦੇ ਨਾਲ ਹੀ ਜਿਹੜੇ ਫੀਚਰਸ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਉਹਨਾਂ ਬਾਰੇ ਮੈਂ ਅਲੱਗ ਤੋਂ ਇੱਕ ਵੀਡੀਓ ਆਲਰੇਡੀ ਅਪਲੋਡ ਕਰ ਚੁੱਕੀ ਹਾਂ। ਉਸ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹਿਸਟਰੀ ਦੀ ਕਿ ਜਿਹੜੇ ਇੰਡੀਅਨ ਜੁਡੀਸ਼ੀਅਲ ਸਿਸਟਮ ਹੈ ਇਹ ਹੈ ਕੀ। The study of legal history or judicial system consists of chronological development and growth of legal system, which in other word means an analysis of the system of judicial administration in a particular country. So ਕਹਿੰਦੇ ਜਿਹੜੀ legal history ਹੈ judicial system ਹੈ ਉਹਦੇ ਬਾਰੇ ਜਦੋਂ ਵੀ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਇੱਕ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ judicially administration ਚੱਲਦਾ ਆ ਰਿਹਾ ਹੈ। ਸੋ ਪੁਰਾਣੇ ਜ਼ਮਾਨੇ ਤੋਂ ਕਿਵੇਂ ਜਿਹੜੇ ਰਾਜਾ ਵਗੈਰਾ ਸੀਗੇ ਉਹ ਨਿਆਂ ਕਰਦੇ ਸੀ, ਜਿਹੜੇ ਪੰਡਿਤ ਸੀ ਬ੍ਰਾਹਮਣ ਸੀ ਉਹਨਾਂ ਦੀ ਹੈਲਪ ਕਰਦੇ ਸੀ, ਜੱਜਿਸ ਦੀ ਤਰ੍ਹਾਂ ਕੰਮ ਕਰਦੇ ਸੀ। ਸੋ ਆਪਾਂ ਜਦੋਂ ਵੀ ਕੋਈ ਜੁਡੀਸ਼ੀਅਲ ਸਿਸਟਮ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਉਹਦਾ ਬੈਕਗਰਾਉਂਡ ਕੀ ਹੈ। It is a well known that the efficacy of judicial system by and large depend upon two major consideration: existence of definite hierarchy of courts, well defined law। ਸੋ ਕਹਿੰਦੇ ਕੋਈ ਵੀ ਜੁਡੀਸ਼ੀਅਲ ਸਿਸਟਮ ਹੈ ਉਹ ਵਧੀਆ ਤਰੀਕੇ ਦੇ ਨਾਲ ਐਫੀਸ਼ੀਐਂਟ ਤਰੀਕੇ ਦੇ ਨਾਲ ਕਦੋਂ ਚੱਲਦਾ ਹੈ ਜਦ ਦੋ ਚੀਜ਼ਾਂ ਵਧੀਆ ਹੋਣ ਉਸ ਦੇਸ਼ ਦੇ ਵਿੱਚ, ਉਸ ਦੇਸ਼ ਦੀਆਂ ਕੋਰਟਸ ਵਧੀਆ ਹੋਣ, ਸਿੰਪਲ ਪ੍ਰੋਸੀਜਰ ਫੋਲੋ ਕਰਨ, ਲੋਕਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਬਿਲੀਵ ਰੱਖਣ, ਨਾ ਕਿ ਲੋਕਾਂ ਨੂੰ ਕੰਪਲਿਕੇਸ਼ਨ ਕ੍ਰੀਏਟ ਕਰਨ। ਦੂਜੇ ਨੰਬਰ ਤੇ ਜਿਹੜਾ ਉਸ ਦੇਸ਼ ਦਾ ਲਾਅ ਹੈ ਉਹ ਵੈਲ ਡਿਫਾਈਨਡ ਹੋਵੇ, ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਪ੍ਰੋਵਾਈਡ ਕਰਵਾਇਆ ਜਾਵੇ ਤੇ ਉਹ ਲਾਅ ਪੂਰੇ ਦੇਸ਼ ਦੇ ਵਿੱਚ ਇਕੁਅਲੀ ਬਿਨਾਂ ਕਿਸੇ ਭੇਦਭਾਵ ਤੋਂ ਹਰ ਕਿਸੇ ਦੇ ਉੱਤੇ ਲਾਗੂ ਹੋਵੇ। ਸੋ ਕੋਰਟਸ ਤੇ ਲਾਅ, ਕੋਰਟਸ ਜਿਵੇਂ ਆਪਣੀਆਂ ਸਿਵਲ ਕੋਰਟ ਹੈ, ਡਿਸਟ੍ਰਿਕਟ ਕੋਰਟ ਹੈ, ਆਪਣੀ ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਉਹਦੇ ਬਾਰੇ ਆਪਾਂ ਡੀਪਲੀ ਪੜਾਂਗੇ ਅੱਗੇ। ਲਾਅ ਕੋਈ ਵੀ ਐਕਟ ਹੈ ਜਿਵੇਂ ਆਈਪੀਸੀ ਹੈ, ਇੰਡੀਅਨ ਪੀਨਲ ਕੋਡ, ਕੋਈ ਸਿਵਲ ਨੇਚਰ ਦਾ ਸੀਪੀਸੀ ਹੋ ਗਿਆ, ਕੰਟਰੈਕਟ ਐਕਟ ਹੈ। ਸੋ ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਲਾਅ ਬਣੇ ਹੋਏ ਨੇ ਦੇਸ਼ 'ਚ ਤੇ ਜਿੰਨੀਆਂ ਵੀ ਕੋਰਟਸ ਨੇ, ਕਚਹਿਰੀਆਂ ਨੇ, ਇਹ ਦੋਨੋਂ ਚੀਜ਼ਾਂ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਇਨਸਾਫ ਦਿਵਾਉਣ ਦੇ ਵਿੱਚ। ਸੋ ਕਿਸੇ ਵੀ ਜੁਡੀਸ਼ੀਅਲ ਸਿਸਟਮ ਨੂੰ ਵਧੀਆ ਤਰ੍ਹਾਂ ਸਟੈਂਡ ਕਰਨ ਦੇ ਲਈ ਉਹਦੇ ਵਿੱਚ ਜਿਹੜੀਆਂ ਕੋਰਟਸ ਨੇ, ਜਿਹੜੇ ਲਾਅ ਨੇ ਉਹ ਵਧੀਆ ਹੋਣੇ ਚਾਹੀਦੇ ਨੇ। Therefore, the subject of legal history of Indian judicial system mainly deals with progress of gradual evolution and development of courts and law। ਸੋ ਇਸੇ ਲਈ ਕਹਿੰਦੇ ਵੀ ਜਿਹੜਾ ਇੰਡੀਅਨ ਜੁਡੀਸ਼ੀਅਲ ਸਿਸਟਮ ਜਦੋਂ ਵੀ ਆਪਾਂ ਪੜ੍ਹਦੇ ਹਾਂ ਉਹਦੀ ਲੀਗਲ ਹਿਸਟਰੀ ਦੇਖਦੇ ਹਾਂ ਵੀ ਕਿੱਥੋਂ ਆਇਆ ਤਾਂ ਆਪਾਂ ਦੋ ਚੀਜ਼ਾਂ ਪੜ੍ਹਦੇ ਹਾਂ ਕਿ ਕੋਰਟਸ ਕਿੱਥੋਂ ਡਿਵੈਲਪ ਹੋਈਆਂ, ਪਹਿਲਾ ਲਾਅ ਕਿਹੜਾ ਆਇਆ। ਸੋ ਹੁਣ ਆਪਾਂ ਦੇਖਦੇ ਹਾਂ The question quite often arises as to why the beginning of legal history in India is reckoned from the advent of British East India Company 1600 AD। ਸੋ ਕਹਿੰਦੇ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਜਿਹਾ ਕੁਐਸਚਨ ਸਾਹਮਣੇ ਆਉਂਦਾ ਜਦੋਂ ਵੀ ਆਪਾਂ ਇਹ ਗੱਲ ਕਰਦੇ ਹਾਂ ਵੀ ਆਪਣੇ ਦੇਸ਼ ਦੀ ਜਿਹੜੀ ਲੀਗਲ ਹਿਸਟਰੀ ਹੈ, ਲਾਅ ਕਦੋਂ ਤੋਂ ਸਟਾਰਟ ਹੋਇਆ, ਆਪਾਂ ਹਮੇਸ਼ਾ ਉਹਨੂੰ ਬ੍ਰਿਟਿਸ਼ ਜਦੋਂ ਇੰਡੀਆ ਦੇ ਵਿੱਚ ਆਏ ਉਸ ਡੇਟ ਤੋਂ ਆਪਾਂ ਰਿਲੇਟ ਕਰਦੇ ਹਾਂ, 1600 AD ਦੇ ਅਰਾਊਂਡ ਆਪਾਂ ਨੂੰ ਰਿਲੇਟ ਕਰਦੇ ਹਾਂ। ਪਰ ਕਹਿੰਦੇ ਇਹਦਾ ਮਤਲਬ ਇਹ ਹੋਇਆ ਵੀ ਬ੍ਰਿਟਿਸ਼ਰ ਅੰਗਰੇਜ਼ ਆਉਣ ਤੋਂ ਪਹਿਲਾਂ ਕੋਈ ਲਾਅ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ। ਕਹਿੰਦੇ ਦਾ ਆਨਸਰ ਹੈ ਐਬਸੋਲਿਊਟਲੀ ਨੋ। Does it mean there was no judicial system as prior to this period? Obviously the answer is no। ਜਿਹੜਾ ਲੀਗਲ ਸਿਸਟਮ ਹੈ ਉਹ ਬ੍ਰਿਟਿਸ਼ਰਸ ਦੇ ਆਉਣ ਤੋਂ ਵੀ ਬਹੁਤ ਸਾਲ ਪਹਿਲਾਂ ਦਾ ਚੱਲਦਾ ਆ ਰਿਹਾ ਸੀ, 5000 ਸਾਲ ਪਹਿਲਾਂ ਦਾ ਚੱਲਦਾ ਆ ਰਿਹਾ। ਸੋ ਕਹਿੰਦੇ ਆਪਣੇ ਕੋਲ ਰੈਫਰੈਂਸ ਕਿੱਥੋਂ ਪਤਾ ਲੱਗਦਾ ਹੈ ਵੀ ਅੰਗਰੇਜ਼ਾਂ ਦੇ ਆਉਣ ਤੋਂ ਜਿਹੜਾ ਆਪਣਾ ਏਂਸ਼ੀਅੰਟ ਪੀਰੀਅਡ ਸੀਗਾ, ਓਲਡ ਪੀਰੀਅਡ ਸੀ, ਉਹਦੇ ਵਿੱਚ ਵੀ ਲਾਅ ਸੀ। ਸੋ ਬਹੁਤ ਸਾਰੇ ਕੰਪਾਈਲੇਸ਼ਨ ਨੇ, ਸੋਰਸਿਸ ਨੇ, ਕਿਤਾਬਾਂ ਨੇ ਜਿਹੜੇ ਕਿ ਏਂਸ਼ੀਅੰਟ ਲੋਕਾਂ ਨੇ, ਪੁਰਾਣੇ ਪੂਰਵਜਾਂ ਨੇ ਲਿਖੀਆਂ ਹੋਈਆਂ ਨੇ, ਰਿਸ਼ੀ ਮੁਨੀਆਂ ਨੇ ਲਿਖੀਆਂ ਹੋਈਆਂ ਨੇ। ਸੋ ਉਹ ਕਿਤਾਬਾਂ ਇੱਕ ਹੈਗਾ ਧਰਮ ਸ਼ਾਸਤਰਾ ਦੇ ਨਾਮ ਤੋਂ, ਜਿਹਦੇ ਵਿੱਚ ਇਲੈਬੋਰੇਟ ਪੂਰੀ ਚੰਗੀ ਤਰ੍ਹਾਂ ਲਾਈਨ ਵਾਈਜ਼ ਲਿਖਿਆ ਹੋਇਆ ਵੀ ਕਿਹੜੇ ਹਿਊਮਨਸ ਨੇ, ਇਨਸਾਨਾਂ ਨੇ ਕਿਸ ਤਰ੍ਹਾਂ ਦੇ ਲਾਜ਼ ਨੂੰ ਫੋਲੋ ਕਰਨਾ ਹੈ, ਇੱਕ ਵਧੀਆ ਲਾਈਫ ਜੀਣ ਦੇ ਲਈ ਆਪਾਂ ਨੂੰ ਕਿਹੜੇ ਕਿਹੜੇ ਚੀਜ਼ਾਂ ਨੂੰ ਫੋਲੋ ਕਰਨਾ ਪੈਂਦਾ ਹੈ, ਕਿਹੜੇ ਕਿਹੜੇ ਰੂਲਸ ਨੇ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਿਹੜਾ ਲਾਅ ਹੈ ਇਹ ਨਵਾਂ ਨਹੀਂ ਹੈ, ਇਹ 5000 ਸਾਲ ਪੁਰਾਣਾ।
ਤੇ ਜੇ ਆਪਾਂ ਹਿੰਦੂ ਪੀਰੀਅਡ ਦੀ ਗੱਲ ਕਰੀਏ ਤਾਂ ਹਿੰਦੂ ਪੀਰੀਅਡ ਦੇ ਵਿੱਚ ਕੀ ਸੀ, ਚਾਹੇ ਉਹ ਸਿਵਲ ਲਾਅ ਹੈ, ਕ੍ਰਿਮੀਨਲ ਲਾਅ ਹੈ, ਜਿੰਨੇ ਵੀ ਰਾਜਾ ਸੀ, ਜਿਹੜੇ ਮੇਨ ਰਾਜਾ ਆਏ ਨੇ, ਜਿਵੇਂ ਅਸ਼ੋਕ ਸੀ, ਚੰਦਰਗੁਪਤ ਮੌर्य ਸੀ, ਹਰਸ਼ਵਰਧਨ, ਕਨਿਸ਼ਕਾ, ਇਹ ਸਾਰੇ ਰਾਜਾ ਦੇ ਟਾਈਮ, ਜਿਵੇਂ ਗੁਪਤਾ ਡਾਇਨੈਸਟੀ ਸੀ, ਮੌਰੀਅਨ ਡਾਇਨੈਸਟੀ ਸੀ, ਇਹਨਾਂ ਦੇ ਟਾਈਮ ਵੀ ਪ੍ਰੋਪਰ ਕਚਹਿਰੀਆਂ ਸੀ, ਕੋਰਟ ਸੀ, ਉੱਥੇ ਰਾਜੇ ਹੀ ਨਿਆਂ ਦਿੰਦੇ ਸੀ, ਜਿਹੜੇ ਕਿੰਗ ਸੀ ਉਹ ਜੱਜਿਸ ਸੀ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ ਕਿ ਲਾਅ ਸੀ ਉਹ ਹਮੇਸ਼ਾ ਤੋਂ ਚੱਲਦਾ ਆ ਰਿਹਾ, ਉਹ ਇਹ ਨਹੀਂ ਕਿ ਸਿਰਫ ਅੰਗਰੇਜ਼ਾਂ ਦੇ ਨਾਲ ਇੰਡੀਆ 'ਚ ਆਇਆ। ਜਦੋਂ ਮੁਗਲ ਰੂਲ ਆਇਆ, ਕਹਿੰਦੇ ਉਦੋਂ ਜਿਹੜੇ ਮੁਸਲਿਮ ਰੂਲਰ ਸੀ ਉਹਨਾਂ ਨੇ ਆਪਣੇ ਕੋਈ ਲਾਅ ਸਟਾਰਟ ਕਰਤੇ, ਆਪਣੇ ਲਾਅ ਇਸਟੈਬਲਿਸ਼ ਕਰਤੇ। ਸੋ ਇਹਦੇ ਨਾਲ ਕੀ ਸੀ, ਬਹੁਤ ਹੀ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋ ਗਿਆ ਸੀ। ਸੋ ਜਦੋਂ ਵੀ ਆਪਾਂ ਹਿਸਟਰੀ ਪੜ੍ਹਦੇ ਹਾਂ, ਇੰਡੀਅਨ ਜੁਡੀਸ਼ੀਅਲ ਸਿਸਟਮ ਦੀ ਅਸਲੀ ਆਫੀਸ਼ੀਅਲ ਹਿਸਟਰੀ ਆਪਾਂ ਜਦੋਂ ਪੜ੍ਹਦੇ ਹਾਂ, ਪਹਿਲਾਂ ਤਾਂ ਆਪਾਂ ਨੇ ਗੱਲ ਕੀਤੀ ਪੁਰਾਣੇ ਜ਼ਮਾਨੇ ਦੀ ਕਿ ਹਿੰਦੂ ਰੂਲਰ ਕਿਹੜੇ ਕਿਵੇਂ ਕਰਦੇ ਸੀ ਇਨਸਾਫ, ਦੈਨ ਮੁਸਲਿਮ ਰੂਲਰ ਆਏ, ਉਹਨਾਂ ਨੇ ਆਪਣੇ ਲਾਅ ਬਣਾ ਲਏ, ਜਿਹੜੇ ਉਹਨਾਂ ਦੇ ਕਾਜ਼ੀ ਵਗੈਰਾ ਸੀ ਉਹ ਸਾਰਾ ਮੇਨ ਜੱਜ ਦਾ ਕੰਮ ਕਰਦੇ ਸੀ। ਸੋ ਹੁਣ ਆਪਾਂ ਅਸਲੀ ਗੱਲ ਕਰਾਂਗੇ ਮਾਡਰਨ ਹਿਸਟਰੀ। ਸੋ ਮਾਡਰਨ ਹਿਸਟਰੀ ਆਪਾਂ ਪੜ੍ਹਦੇ ਹਾਂ ਜਦੋਂ ਤੋਂ ਸੁਪਰੀਮ ਕੋਰਟ ਆਫ ਜੁਡੀਕੇਚਰ ਬਣੀ। ਕਿੱਥੇ ਬਣੀ? ਫੋਰਟ ਵਿਲੀਅਮ ਕਲਕੱਤਾ, ਰੈਗੂਲੇਟਿੰਗ ਐਕਟ 1773 ਦੇ ਤਹਿਤ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ, ਆਪਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਜਾਂ ਕੋਈ ਵੀ ਕੋਰਟ ਕਹਿ ਲਓ ਕਦੋਂ ਬਣੀ ਇੰਡੀਆ ਦੇ ਵਿੱਚ? ਇਹ ਬ੍ਰਿਟਿਸ਼ਰਸ ਨੇ ਬਣਾਈ ਰੈਗੂਲੇਟਿੰਗ ਐਕਟ ਦੇ ਅੰਦਰ। ਕਿੱਥੇ? ਕਲਕੱਤੇ ਦੇ ਵਿੱਚ। ਇਹਦਾ ਨਾਮ ਕੀ ਸੀ? ਸੁਪਰੀਮ ਕੋਰਟ ਆਫ ਜੁਡੀਕੇਚਰ। ਸੋ ਇਹਨੂੰ ਬ੍ਰਿਟਿਸ਼ ਪਾਰਲੀਮੈਂਟ ਨੇ ਬਣਾਇਆ। ਇਟ ਵਾਜ਼ ਐਨ ਇੰਗਲਿਸ਼ ਲਾਅ ਕੋਰਟ। ਇਹ ਇੰਗਲਿਸ਼ ਲਾਅ ਕੋਰਟ ਸੀ ਜਿਹਦੇ ਵਿੱਚ ਕਿ ਅੰਗਰੇਜ਼ ਹੀ ਜੱਜ ਸੀ, ਪ੍ਰੋਫੈਸ਼ਨਲ ਇੰਗਲਿਸ਼ ਜੱਜ ਸੀ, ਤੇ ਉਹਨਾਂ ਨੂੰ ਲਾਅ ਤੇ ਲੀਗਲ ਪ੍ਰੈਕਟਿਸ ਬਾਰੇ ਬਹੁਤ ਡੀਪ ਨੌਲੇਜ ਸੀ। ਇੱਕ ਇੰਗਲਿਸ਼ ਬਾਰ ਵੀ ਹੁੰਦੀ ਸੀ ਜਿਹੜੀ ਕਿ ਕੋਰਟ ਨੂੰ ਹੈਲਪ ਕਰਦੀ ਸੀ, ਜਿੱਥੇ ਕਲਰਕ ਵਗੈਰਾ ਵੀ ਬੈਠਦੇ ਨੇ, ਸੋ ਦੈਟ ਜਿਹੜਾ ਇਨਸਾਫ ਹੈ, ਜਸਟਿਸ ਹੈ, ਉਹ ਵਧੀਆ ਤਰੀਕੇ ਦੇ ਨਾਲ ਮੁਹੱਈਆ ਕਰਵਾਇਆ ਜਾਵੇ। ਜਿਹੜੀ ਕੋਰਟ ਸੀ, ਇਹਦਾ ਜਿਹੜਾ ਪੈਟਰਨ ਸੀ ਉਹ ਇੰਗਲੈਂਡ ਦੀ ਇੱਕ ਕੋਰਟ ਦੇ ਉੱਤੇ ਹੀ ਸੇਮ ਬੇਸਡ ਸੀ, ਜਿਹੜੀ ਵੈਸਟਮਿਨਿਸਟਰ ਕੋਰਟ ਸੀ ਇੰਗਲੈਂਡ ਦੀ। ਇਹ ਨਾਮ ਯਾਦ ਰੱਖਣਾ ਹੈ, ਕੋਰਟ ਆਫ ਵੈਸਟਮਿਨਿਸਟਰ ਇਨ ਇੰਗਲੈਂਡ। ਇਹਦੇ ਪੈਟਰਨ ਦੇ ਉੱਤੇ ਹੀ ਸੁਪਰੀਮ ਕੋਰਟ ਆਫ ਜੁਡੀਕੇਚਰ ਕਲਕੱਤੇ ਵਾਲੀ ਬਣਾਈ ਗਈ। ਉਸ ਤੋਂ ਬਾਅਦ ਇੰਪੋਰਟੈਂਟ ਆਉਂਦਾ ਹੈ ਐਕਟ 1935 ਦਾ। ਇਹ ਤਾਂ ਬਣੀ ਸੀ 1773 ਦੇ ਵਿੱਚ। ਉਸ ਤੋਂ ਬਾਅਦ 1935 ਦੇ ਵਿੱਚ ਇੱਕ ਫੈਡਰਲ ਕੋਰਟ ਇਸਟੈਬਲਿਸ਼ ਕੀਤੀ ਸੀ ਇੰਡੀਆ ਦੇ ਵਿੱਚ। ਸੋ ਜਿਹੜੀ ਫੈਡਰਲ ਕੋਰਟ ਸੀ, ਇਹ ਇੱਕ ਤਰ੍ਹਾਂ ਦੀ ਐਪੀਲੇਟ ਕੋਰਟ ਸੀ ਹਾਈ ਕੋਰਟ ਤੇ ਪ੍ਰਿਵੀ ਕਾਉਂਸਲ ਦੇ ਵਿਚਾਲੇ। ਸੋ ਜਿਹੜੀ ਫੈਡਰਲ ਕੋਰਟ ਸੀ ਇਹ ਕਿਸ ਤਰ੍ਹਾਂ ਦੇ ਮੈਟਰ ਦੇਖਦੀ ਸੀ? ਇਹ ਜੇ ਕੋਈ ਇੰਡੀਅਨ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਨੂੰ ਲੈ ਕੇ ਕੋਈ ਵੀ ਮੈਟਰ ਸੀਗਾ, ਸੋ ਉਹ ਸਾਰੀਆਂ ਚੀਜ਼ਾਂ ਨੂੰ ਇਹ ਫੈਡਰਲ ਕੋਰਟ ਦੇਖਦੀ ਸੀ। ਇੰਡੀਅਨ ਕਨਸਟੀਟਿਊਸ਼ਨ ਕਿਹੜਾ? ਜਿਹੜਾ ਉਸ ਟਾਈਮ ਦਾ ਆਪਣੇ ਕੋਲ ਇੰਸਟਰੂਮੈਂਟ ਆਫ ਇੰਸਟਰਕਸ਼ਨ ਸੀ, ਗਾਈਡਲਾਈਨ ਸੀ, ਪ੍ਰਿੰਸੀਪਲ ਸੀ, ਉਹ ਸਾਰੀਆਂ ਚੀਜ਼ਾਂ ਨੂੰ ਇਹ ਦੇਖਦੀ ਸੀ। ਸੋ ਇਹ ਸੀ ਫੈਡਰਲ ਕੋਰਟ। ਉਸ ਤੋਂ ਬਾਅਦ ਜਿਹੜੀ ਫੈਡਰਲ ਕੋਰਟ ਸੀ, ਜਿਹੜੀ ਉਹਦੀ ਪਾਵਰ ਸੀ ਉਹ ਸਿਰਫ ਜੁਡੀਸ਼ੀਅਲ ਰਿਵਿਊ ਦੀ ਸੀ। ਉਹਨੇ ਸਿਰਫ ਇੰਡੀਅਨ ਕਨਸਟੀਟਿਊਸ਼ਨ ਦੀਆਂ ਜੇ ਕੋਈ ਵੀ ਮੈਟਰ ਨਿਕਲ ਕੇ ਆਉਂਦਾ ਸੀ ਉਹਦੇ ਉੱਤੇ ਆਪਣੀ ਐਡਵਾਈਸ ਦੇਣੀ ਸੀ, ਉਹਨੂੰ ਰਿਵਿਊ ਕਰਨਾ ਸੀ ਕਿ ਇਹ ਚੀਜ਼ ਸਹੀ ਹੈ ਜਾਂ ਗਲਤ ਹੈ। ਸੋ ਬੇਸਿਕਲੀ ਉਹਦਾ ਇੱਕ ਪੇਪਰ ਵਰਕ ਦਾ ਹੀ ਕੰਮ ਸੀ, ਬਹੁਤ ਲਿਮਿਟਿਡ ਪਾਵਰ ਸੀ, ਐਜ਼ ਸੱਚ ਕੋਈ ਇਫੈਕਟਿਵ ਡਿਸੀਜਨ ਮੇਕਿੰਗ ਪਾਵਰ ਨਹੀਂ ਸੀ। ਸੋ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਵਿੱਚ ਕੋਰਟ ਤੇ ਲਾਅ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ। ਤੀਜੇ ਨੰਬਰ ਤੇ ਹਿੰਦੂ ਰਾਜੇ, ਉਹਨਾਂ ਦਾ ਆਪਣਾ ਲਾਅ ਸੀ, ਮੁਸਲਿਮ ਰੂਲਰ, ਉਹਨਾਂ ਦਾ ਆਪਣਾ ਲਾਅ ਸੀ। ਫਿਰ ਮੁਸਲਿਮਸ ਤੋਂ ਬਾਅਦ ਬ੍ਰਿਟਿਸ਼ਰਸ ਆਏ, ਉਹਨਾਂ ਨੇ ਆ ਕੇ ਪਹਿਲੀ ਸੁਪਰੀਮ ਕੋਰਟ ਬਣਾਤੀ ਕਲਕੱਤੇ, ਤੇ ਜਿਹੜੀ ਉਹ ਸੁਪਰੀਮ ਕੋਰਟ ਸੀ ਉਹ ਸੇਮ ਐਜ਼ ਇਟ ਇਜ਼ ਜਿਵੇਂ ਦੀ ਇੰਗਲੈਂਡ ਦੀ ਇੱਕ ਕੋਰਟ ਸੀ ਵੈਸਟਮਿਨਿਸਟਰ ਨਾਮ ਦੀ, ਉਹਦੇ ਵਾਂਗੂ ਹੀ ਸੇਮ ਕਲਕੱਤੇ ਵਾਲੀ ਸੁਪਰੀਮ ਕੋਰਟ ਆਫ ਜੁਡੀਕੇਚਰ ਬਣਾਤੀ। ਫਿਰ ਇੱਕ ਹੋਰ ਛੋਟੇ ਲੈਵਲ ਦੀ ਕੋਰਟ ਆ ਗਈ, ਇੱਕ ਸਟੇਟ ਲੈਵਲ ਦੀ, ਫੈਡਰਲ ਲੈਵਲ ਦੀ ਕੋਰਟ 1935 ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਹੈ ਉਹਦੇ ਅੰਦਰ। ਸੋ ਆਪਾਂ ਨੇ ਉਰੇ ਤੱਕ ਇੰਨਾ ਬੈਕਗਰਾਉਂਡ ਦੇਖ ਲਿਆ ਵੀ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜਦੋਂ ਆਪਣਾ ਅੱਜ ਦਾ ਮਾਡਰਨ ਜਿਹੜਾ ਇਸ ਟਾਈਮ ਇੰਡੀਆ ਦਾ ਚੱਲਦਾ ਜਿਹੜਾ ਸਟਰਕਚਰ ਹੈ ਕੋਰਟ ਦਾ, ਜੁਡੀਸ਼ੀਅਲ ਇੰਸਟੀਟਿਊਸ਼ਨ ਜਿਹੜੇ ਆਪਣੇ ਕੋਲ ਅੱਜ ਨੇ, ਉਹ ਆਉਣ ਤੋਂ ਪਹਿਲਾਂ ਕੀ ਕੀ ਸੀ ਆਪਣੇ ਕੋਲ। ਸੋ ਹੁਣ ਆਪਾਂ ਗੱਲ ਕਰਾਂਗੇ ਆਪਣੇ ਅੱਜ ਦੇ ਸਮੇਂ ਦੀ ਮਾਡਰਨ ਜੁਡੀਸ਼ੀਅਲ ਸਿਸਟਮ ਤੇ ਹਾਇਰਾਰਕੀ ਕੀ ਹੈ ਕੋਰਟਸ ਦੀ, ਕਿਹੜੀ ਕੋਰਟ ਟੌਪ ਤੇ ਹੈ, ਕਿਹੜੀ ਕੋਰਟ ਬਾਟਮ ਤੇ ਹੈ। ਸੋ ਜਿਹੜਾ ਆਪਣਾ ਅੱਜ ਦਾ ਮਾਡਰਨ ਨੇਸ਼ਨ ਹੈ, ਸਟੇਟ ਹੈ, ਇਹ ਫੰਕਸ਼ਨ ਕਰਦੀ ਹੈ ਕੁਝ ਇੰਸਟੀਟਿਊਸ਼ਨਸ ਦੇ ਥਰੂ, ਕੁਝ ਜੁਡੀਸ਼ੀਅਲ ਇੰਸਟੀਟਿਊਸ਼ਨ, ਜਿਹੜਾ ਕਿ ਆਪਣਾ ਟੌਪਿਕ ਦਾ ਵੀ ਨਾਮ ਹੈ। The Parliament, Judiciary, Executive, such as bureaucracy, police,
ਫਾਰਮਲ ਸਟਰਕਚਰ ਆਫ ਯੂਨੀਅਨ ਸਟੇਟ ਰਿਲੇਸ਼ਨ। ਸੋ ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਬੋਡੀਜ਼ ਨੇ, ਇੰਸਟੀਟਿਊਸ਼ਨ ਨੇ ਜਿਹੜੇ ਕਿ ਮਿਲ ਕੇ ਕੰਮ ਕਰਦੇ ਨੇ ਦੇਸ਼ ਨੂੰ ਚਲਾਉਣ ਦੇ ਲਈ। ਪਾਰਲੀਮੈਂਟ ਹੋ ਗਈ ਜਿਹਦੇ ਵਿੱਚ ਰਾਜ ਸਭਾ ਤੇ ਲੋਕ ਸਭਾ ਦੋ ਬੋਡੀਜ਼ ਆਉਂਦੀਆਂ ਨੇ। ਫਿਰ ਜੁਡੀਸ਼ਰੀ ਹੋ ਗਈ, ਜੁਡੀਸ਼ਰੀ ਵਿੱਚ ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟ, ਲੋਅਰ ਕੋਰਟ, ਸਿਵਲ ਕੋਰਟਸ। ਤੇ ਉਸ ਤੋਂ ਬਾਅਦ ਆ ਗਈ ਐਗਜ਼ੈਕਟਿਵ। ਐਗਜ਼ੈਕਟਿਵ ਹੋ ਗਈ ਕਿ ਜਿਨ੍ਹਾਂ ਨੇ ਇਹ ਦੇਖਣਾ ਹੈ ਵੀ ਜਿਹੜਾ ਲੈਜਿਸਲੇਚਰ ਨੇ ਲਾਅ ਬਣਾਤਾ ਉਹ ਸਹੀ ਬਣਾਇਆ ਤੇ ਉਹਨੂੰ ਪਾਸ ਕਰਵਾਉਣਾ ਉਸ ਲਾਅ ਨੂੰ, ਉਹ ਸਾਰਾ ਕੰਮ ਹੈ ਐਗਜ਼ੈਕਟਿਵ ਦਾ। ਉਸ ਤੋਂ ਬਾਅਦ ਜਿੰਨਾ ਵੀ ਆਪਣੇ ਦੇਸ਼ ਦੇ ਵਿੱਚ ਕੰਟਰੀ ਨੂੰ ਚਲਾਉਣ ਦੇ ਲਈ ਕੋਈ ਵੀ ਅਥਾਰਟੀ ਡਿਰਾਈਵ ਕਰਦੇ ਆਪਾਂ, ਉਹ ਅਥਾਰਟੀ ਕਿੱਥੋਂ ਲੈਂਦੇ ਆ? ਕਨਸਟੀਟਿਊਸ਼ਨ ਤੋਂ, ਸੰਵਿਧਾਨ ਤੋਂ। ਸੰਵਿਧਾਨ ਹੈ ਜਿਹੜਾ ਉਹ ਇਹੋ ਜਿਹਾ ਲੀਗਲ ਡਾਕੂਮੈਂਟ ਆ ਕੰਟਰੀ ਦਾ ਜਿਹਦੇ ਤੋਂ ਬਿਨਾਂ ਪੂਰਾ ਦੇਸ਼ ਆਪਣਾ ਬੇਕਾਰ ਹੈ, ਚੱਲ ਹੀ ਨਹੀਂ ਸਕਦਾ। ਦੇਸ਼ ਨੂੰ ਚਲਾਉਣ ਲਈ ਛੋਟੀ ਤੋਂ ਲੈ ਕੇ ਵੱਡੀ ਗੱਲ, ਪਾਰਲੀਮੈਂਟ ਤੋਂ ਲੈ ਕੇ ਪੰਚਾਇਤ ਤੱਕ, ਲੋਕਲ ਤੋਂ ਲੈ ਕੇ ਅੱਪਰ ਬਾਡੀ ਤੱਕ, ਹਰ ਚੀਜ਼ ਪੂਰਾ ਸਿਸਟਮ ਕਿਹਦੇ ਉੱਤੇ ਚੱਲਦਾ ਹੈ? ਕਨਸਟੀਟਿਊਸ਼ਨ ਦੇ ਮੁਤਾਬਿਕ। ਸੋ देयर अरेंजमेंट, डिपेंडेंसी, इंटरडिपेंडेंसी। पूरे देयर ਦਾ ਮਤਲਬ ਹੈ ਜਿਹੜੀਆਂ ਆ ਸਾਰੀਆਂ ਬੋਡੀਜ਼ ਨੇ। ਸੋ ਇਹਨਾਂ ਨੇ ਜੋ ਕੋਈ ਵੀ ਕੰਮ ਕਰਨਾ, ਅਰੇਂਜਮੈਂਟ ਕਰਨਾ, ਇਹ ਸਾਰਾ ਕਿਹਦੇ ਤੋਂ ਹੋਊਗਾ? ਕੌਣ ਸ਼ੇਪ ਕਰੂਗਾ? ਜਿਹੜੀ ਆਪਣੀ ਹਾਈਐਸਟ ਪੋਲੀਟਿਕੋ ਲੀਗਲ ਡਾਕੂਮੈਂਟ ਹੈ ਕਨਸਟੀਟਿਊਸ਼ਨ। ਜਿਹੜੀ ਆਪਣੀ ਅੱਜ ਦੀ ਜੁਡੀਸ਼ਰੀ ਹੈ ਇਸ ਟਾਈਮ ਦੀ, ਉਹ ਇਹ ਪ੍ਰੂਵ ਕਰਦੀ ਹੈ ਕਿ ਸੈਪਰੇਸ਼ਨ ਆਫ ਪਾਵਰ ਦੀ ਥਿਊਰੀ ਹੈ। ਸੈਪਰੇਸ਼ਨ ਆਫ ਪਾਵਰ ਦਾ ਕੀ ਮਤਲਬ ਹੈ ਕਿ ਜਿਹੜੀ ਜੁਡੀਸ਼ਰੀ ਹੈ, ਜਿਹੜੇ ਜੱਜਿਸ ਨੇ, ਕੋਰਟਸ ਹੈ, ਉਹ ਲੈਜਿਸਲੇਚਰ ਤੇ ਐਗਜ਼ੈਕਟਿਵ, ਆਪਾਂ ਨੂੰ ਪਤਾ ਹੈ ਕਿ ਸਰਕਾਰ ਦੀਆਂ ਤਿੰਨ ਬੋਡੀਜ਼ ਹੁੰਦੀਆਂ ਨੇ, ਤਿੰਨ ਆਰਗਨ ਹੁੰਦੇ ਨੇ ਕਿਸੇ ਵੀ ਸਰਕਾਰ ਦੇ, ਐਗਜ਼ੈਕਟਿਵ, ਲੈਜਿਸਲੇਚਰ, ਜੁਡੀਸ਼ਰੀ। ਸੋ ਐਗਜ਼ੈਕਟਿਵ ਦੇ ਵਿੱਚ ਆ ਗਏ ਜਿਹੜੇ ਕਿ ਜਿਵੇਂ ਪਾਰਲੀਮੈਂਟ, ਲੈਜਿਸਲੇਚਰ ਜਿਹੜੇ ਕਿ ਲਾਅ ਬਣਾਉਂਦੇ ਨੇ, ਤੇ ਜੁਡੀਸ਼ਰੀ ਜਿਹੜੀ ਕਿ ਆਪਣੀ ਕੋਰਟਸ ਹੈ, ਕੋਰਟ ਦਾ ਸਿਸਟਮ। ਸੋ ਹੁਣ ਆਪਾਂ ਨੇ ਇਹ ਕੀ ਕਰਨਾ ਹੈ? ਐਗਜ਼ੈਕਟਿਵ ਦੇ ਵਿੱਚ ਜਿਵੇਂ ਆਪਣੇ ਆਈਐਸ ਆਫੀਸਰਸ ਵਗੈਰਾ ਆ ਗਏ, ਇਹ ਸਾਰੀ ਐਗਜ਼ੈਕਟਿਵ ਲੈਵਲ ਦੀਆਂ ਪੋਸਟ ਨੇ, ਸਿਵਲ ਨੇਚਰ ਦੀਆਂ ਪੋਸਟ ਨੇ। ਸੋ ਲੈਜਿਸਲੇਚਰ ਜਿਵੇਂ ਰਾਜ ਸਭਾ, ਲੋਕ ਸਭਾ ਬਹੁਤ ਸਾਰੇ ਬਿੱਲ ਪਾਸ ਕਰਦੀਆਂ ਨੇ, ਤਾਂ ਕਹਿੰਦੇ ਜਿਹੜੇ ਐਗਜ਼ੈਕਟਿਵ ਹੈ ਤੇ ਲੈਜਿਸਲੇਚਰ ਹੈ, ਚਾਹੇ ਉਹ ਕੋਈ ਸਿਵਲ ਆਫੀਸਰਸ ਨੇ ਜਾਂ ਕੋਈ ਪੋਲੀਟੀਸ਼ੀਅਨ ਨੇ, ਕੋਈ ਲੀਡਰ ਨੇ, ਕੋਈ ਮੈਂਬਰਸ ਨੇ ਪਾਰਲੀਮੈਂਟ ਦੇ, ਲੋਕ ਸਭਾ ਦੀਆਂ, ਲੋਕਲ ਬੋਡੀਜ਼ ਦੇ, ਉਹ ਜੱਜਿਸ ਦੇ ਰੋਲ ਦੇ ਵਿੱਚ ਕਦੇ ਇੰਟਰਫੇਅਰ ਨਹੀਂ ਕਰਦੇ। ਸੋ ਜਿਹੜੇ ਜੁਡੀਸ਼ਰੀ ਦੀਆਂ ਪਾਵਰ ਨੇ ਉਹ ਸੈਪਰੇਟ ਪਾਵਰ ਨੇ। ਸੋ ਆਪਣਾ ਨੈਕਸਟ ਟੌਪਿਕ ਹੈ ਸਟਰਕਚਰ ਆਫ ਜੁਡੀਸ਼ਰੀ। ਜੁਡੀਸ਼ਰੀ ਦਾ ਢਾਂਚਾ, ਸਟਰਕਚਰ ਕੀ ਹੈ? ਕਨਸਟੀਟਿਊਸ਼ਨ ਇਹ ਕਹਿੰਦਾ ਹੈ, ਜਿਹੜਾ ਸੰਵਿਧਾਨ ਹੈ ਵੀ ਇੱਕ ਸਿੰਗਲ ਇੰਟੀਗ੍ਰੇਟਿਡ ਸਿਸਟਮ ਰਹੂਗਾ ਕੋਰਟਸ ਦਾ ਯੂਨੀਅਨ ਤੇ ਸਟੇਟ ਲਈ। ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਇੰਡੀਅਨ ਜੁਡੀਸ਼ਰੀ ਦਾ ਸਟਰਕਚਰ ਕਿਸ ਨੇਚਰ ਦਾ ਹੈ? ਸਿੰਗਲ ਇੰਟੀਗ੍ਰੇਟਿਡ, ਆਪਸ ਦੇ ਵਿੱਚ ਜੁੜਿਆ ਹੋਇਆ ਸਿੰਗਲ। ਇਹਦਾ ਇਹ ਮਤਲਬ ਹੈ ਕਿ ਇੱਕ ਪ੍ਰੋਪਰ ਤੁਹਾਨੂੰ ਸੁਪਰੀਮ ਕੋਰਟ ਦੇਤੀ, ਫਿਰ ਹਾਈ ਕੋਰਟਸ ਦੇਤੀਆਂ। ਇਹ ਨਹੀਂ ਕਿ ਜਿਹੜੀਆਂ ਸਟੇਟਸ ਨੇ ਉਹ ਆਪਣੀ ਮਰਜ਼ੀ ਨਾਲ ਆਪਣੀ ਕੋਈ ਟੌਪ ਕੋਰਟ ਚੁਣ ਲੈਣ, ਇੱਦਾਂ ਨਹੀਂ ਹੈ। ਪੂਰੇ ਦੇਸ਼ ਦੇ ਲਈ ਇੱਕ ਸਟਰਕਚਰ ਤਿਆਰ ਕਰਤਾ ਕਿ ਟੌਪ ਤੇ ਸੁਪਰੀਮ ਕੋਰਟ ਰਹੂ, ਫਿਰ ਹਾਈ ਕੋਰਟਸ ਆਉਣਗੀਆਂ, ਫਿਰ ਡਿਸਟ੍ਰਿਕਟ ਕੋਰਟ, ਸੈਸ਼ਨ ਕੋਰਟ। ਸੋ ਇਸ ਤਰ੍ਹਾਂ ਦੇ ਨਾਲ ਇੱਕ ਸਿਸਟਮੈਟਿਕ, ਈਜ਼ੀ ਤਰੀਕੇ ਦੇ ਨਾਲ ਬਿਨਾਂ ਕਨਫਿਊਜ਼ਨ ਕ੍ਰੀਏਟ ਕਰੇ ਜੁਡੀਸ਼ਰੀ ਨੂੰ ਤਿਆਰ ਕਰਤਾ। ਸੋ ਜਿਹਦੇ ਨਾਲ ਕਿ ਯੂਨੀਅਨ ਤੇ ਸਟੇਟ ਦੋਨੋਂ ਲੈਵਲ ਦੇ ਉੱਤੇ ਜਦੋਂ ਵੀ ਕੋਈ ਕੇਸ ਲੜਨਾ ਹੈ ਤਾਂ ਉਹਦੀ ਪ੍ਰੋਪਰ ਈਜ਼ੀਲੀ ਸੁਣਵਾਈ ਹੋ ਸਕੇ। ਤੇ ਜਿਹੜਾ ਹੈਡ ਹੈ ਸਿਸਟਮ ਦਾ, ਜੁਡੀਸ਼ਰੀ ਦਾ, ਉਹ ਕਿੱਥੇ ਹੈ? ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ। ਸੁਪਰੀਮ ਕੋਰਟ ਤੋਂ ਨੀਚੇ ਹਾਈ ਕੋਰਟਸ ਨੇ ਹਰ ਸਟੇਟ ਦੀਆਂ, ਉਸ ਤੋਂ ਬਾਅਦ ਹਾਈ ਕੋਰਟ ਤੋਂ ਨੀਚੇ ਸਬਆਰਡੀਨੇਟ ਕੋਰਟਸ ਆਉਂਦੀਆਂ ਨੇ। ਸੋ ਜਿਹੜਾ ਟੌਪ ਹੈ ਜੁਡੀਸ਼ੀਅਲ ਸਿਸਟਮ ਦਾ ਉਹ ਹੈ ਸੁਪਰੀਮ ਕੋਰਟ ਤੇ ਸਟੇਟ ਦਾ ਟੌਪ, ਰਾਜਾਂ ਦਾ ਕਿੱਥੇ ਹੈ ਟੌਪ? ਹਾਈ ਕੋਰਟ ਦੇ ਵਿੱਚ। ਟੋਟਲ ਇਸ ਟਾਈਮ 25 ਹਾਈ ਕੋਰਟਸ ਨੇ ਤੇ ਡਿਸਟ੍ਰਿਕਟ ਲੈਵਲ ਸਬਆਰਡੀਨੇਟ ਛੋਟੀਆਂ ਡਿਸਟ੍ਰਿਕਟ ਕੋਰਟਸ ਹੁੰਦੀਆਂ ਨੇ। ਸੋ ਇਹ ਆਪਣਾ ਬੇਸਿਕ ਜਿਹਾ ਇੰਡੀਆ ਦਾ ਸਿੰਪਲ ਜਿਹਾ ਸਟਰਕਚਰ, ਇਹਨੂੰ ਤੁਸੀਂ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਬਿਠਾ ਲਓ। ਜਿਹੜੀ ਜੁਡੀਸ਼ਰੀ ਹੈ ਇਹ ਥਰਡ ਬ੍ਰਾਂਚ ਹੈ ਇੰਡੀਅਨ ਗਵਰਨਮੈਂਟ ਦੀ। ਫਸਟ ਟੂ ਬ੍ਰਾਂਚਿਸ ਐਗਜ਼ੈਕਟਿਵ ਤੇ ਲੈਜਿਸਲੇਚਰ। ਪਹਿਲੇ ਨੰਬਰ ਤੇ ਆਉਂਦੀ ਹੈ ਸੁਪਰੀਮ ਕੋਰਟ, ਫਿਰ ਆਉਂਦੀਆਂ ਨੇ ਹਾਈ ਕੋਰਟਸ, ਫਿਰ ਡਿਸਟ੍ਰਿਕਟ ਕੋਰਟ ਸਿਵਲ ਤੇ ਕ੍ਰਿਮੀਨਲ ਨੇਚਰ ਦੀਆਂ, ਜਿਵੇਂ ਸੈਸ਼ਨਸ ਕੋਰਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਫਿਰ ਨਿਆਏ ਪੰਚਾਇਤ ਵੀ ਆਉਂਦੀਆਂ ਨੇ। ਇਹ ਇਨਫੋਰਮਲ ਹੈ ਬਟ ਇਹ ਵਧੀਆ ਸਹੀ ਕਈ ਕੇਸਿਸ ਦੇ ਵਿੱਚ
ਇਫੈਕਟਿਵ ਡਿਸੀਜਨ ਅਸਲੀ ਕੋਰਟ ਦੀ ਤਰ੍ਹਾਂ ਹੀ ਦੇ ਸਕਦੀਆਂ ਨੇ। ਸੋ ਇਹ ਜਦੋਂ ਵੀ ਆਪਾਂ ਨੇ ਸਟਰਕਚਰ ਪੜ੍ਹਨਾ ਹੈ ਤਾਂ ਆਪਣੇ ਨਿਆਏ ਪੰਚਾਇਤ ਨੂੰ ਮਿਸ ਨਹੀਂ ਕਰਨਾ। ਸੋ ਹੁਣ ਆਪਾਂ ਕਨਸਟੀਟਿਊਸ਼ਨ ਸੰਵਿਧਾਨ ਦੇ ਨਾਲ ਰਿਲੇਟਡ ਦੇਖ ਲੈਂਦੇ ਹਾਂ ਵੀ ਕਿੱਥੇ ਕਿੱਥੇ ਗੱਲ ਕੀਤੀ ਗਈ ਹੈ ਜੁਡੀਸ਼ਰੀ ਦੀ, ਜੁਡੀਸ਼ੀਅਲ ਬਾਡੀਜ਼ ਦੀ। ਸੋ ਮੇਨ ਦੋ ਪਾਰਟਸ ਇਹਦੇ ਵਿੱਚ ਆਪਾਂ ਪੜਾਂਗੇ, ਪਾਰਟ 5 ਤੇ ਪਾਰਟ 6। ਜਿਹੜਾ ਆਪਣੇ ਕਨਸਟੀਟਿਊਸ਼ਨ ਦਾ ਪਾਰਟ 5 ਹੈ ਉਹਦਾ ਚੈਪਟਰ ਹੈ ਚੌਥਾ, ਜਿਹਦੇ ਚ ਹੈਡਿੰਗ ਹੈ ਦ ਯੂਨੀਅਨ ਜੁਡੀਸ਼ਰੀ। ਇਹ ਯੂਨੀਅਨ ਜੁਡੀਸ਼ਰੀ ਸੈਂਟਰ ਲੈਵਲ ਦੀ ਸੁਪਰੀਮ ਕੋਰਟ ਦੀ ਗੱਲ ਕਰ ਰਹੀ ਹੈ। ਫਿਰ ਚੈਪਟਰ 5 ਹੈ ਜਿਹੜਾ 6ਵੇਂ ਪਾਰਟ ਦਾ, ਉਹ ਗੱਲ ਕਰਦਾ ਹੈ ਹਾਈ ਕੋਰਟ ਦਾ। ਜਿਹੜੇ ਆਰਟੀਕਲਸ ਨੇ, ਤੁਸੀਂ ਆਰਟੀਕਲ ਦੇਖ ਸਕਦੇ ਹੋ ਵੀ ਕਿਹੜੇ ਡੀਲ ਕਰਦੇ ਨੇ ਸੁਪਰੀਮ ਕੋਰਟ ਨਾਲ, ਕਿਹੜੇ ਡੀਲ ਕਰਦੇ ਨੇ ਹਾਈ ਕੋਰਟਸ ਨਾਲ। ਫਿਰ 6ਵੇਂ ਪਾਰਟ ਦੇ ਵਿੱਚ ਹੀ ਜਿਹੜਾ 6ਵਾਂ ਚੈਪਟਰ ਹੈ ਉਹ ਸਬਆਰਡੀਨੇਟ, ਜਿਵੇਂ ਡਿਸਟ੍ਰਿਕਟ ਕੋਰਟ ਨੇ ਉਹਨਾਂ ਦੀ ਗੱਲ ਕਰਦਾ ਹੈ। ਸੋ ਇਹ ਕੁਝ ਆਰਟੀਕਲਸ ਸਬਆਰਡੀਨੇਟ ਕੋਰਟ ਨਾਲ ਰਿਲੇਟਡ ਹੈ। ਸੋ ਇਹ ਆਪਾਂ ਨੇ ਸਾਰਾ ਇਹ ਪੇਜ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਚਾਹੇ ਤੁਸੀਂ ਫ੍ਰੀ PDF ਅਵੇਲ ਕਰ ਲਓ, ਉਹਦੇ ਵਿੱਚੋਂ ਨੋਟ ਡਾਊਨ ਕਰ ਲਓ, ਔਰ ਯੂ ਕੈਨ ਈਦਰ ਟੇਕ ਸਕਰੀਨਸ਼ਾਟ ਫਰੋਮ ਦ ਵੀਡੀਓ ਓਨਲੀ। ਹੁਣ ਆਪਾਂ ਪਹਿਲੀ ਗੱਲ ਕਰਾਂਗੇ ਸੁਪਰੀਮ ਕੋਰਟ ਆਫ ਇੰਡੀਆ ਦੀ, ਬਹੁਤ ਜ਼ਿਆਦਾ ਇੰਪੋਰਟੈਂਟ, ਤੇ ਇਹਦਾ ਆਰਟੀਕਲ ਜਿਹਦੇ ਅੰਦਰ ਦਿੱਤਾ ਹੋਇਆ ਕਨਸਟੀਟਿਊਸ਼ਨ ਦਾ, ਸੰਵਿਧਾਨ ਦਾ, ਉਹ ਵੀ ਤੁਹਾਨੂੰ ਪੱਕਾ ਨਾਲ ਯਾਦ ਹੋਣਾ ਚਾਹੀਦਾ। ਸੋ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਜਿਹੜਾ ਬੇਸਿਕ ਜਿਹੜੇ ਆਰਟੀਕਲ ਦੇ ਅੰਦਰ ਬਣੇ ਨੇ ਉਹ ਤੁਹਾਨੂੰ ਯਾਦ ਹੋਣਾ ਚਾਹੀਦਾ। ਜ਼ਰੂਰੀ ਨਹੀਂ ਕਿ ਤੁਸੀਂ ਐਗਜ਼ਾਮ ਦੇ ਲਈ ਹੁਣ ਹਰ ਆਰਟੀਕਲ ਨੂੰ ਰੱਟਣ ਬੈਠ ਜਾਓ, that is not even possible because there is very short period of time left for the exam। ਸੋ ਤੁਸੀਂ ਸਿਰਫ ਮੇਨ ਜਿਹੜਾ ਕਨਸਟੀਟਿਊਸ਼ਨ ਦਾ ਇਸਟੈਬਲਿਸ਼ਮੈਂਟ ਹੈ ਉਹ ਦੇਖਣਾ ਹੈ ਕਿ ਸੁਪਰੀਮ ਕੋਰਟ ਕਿੱਥੇ ਇਸਟੈਬਲਿਸ਼ ਹੋਈ ਹੈ। ਸੋ ਸੁਪਰੀਮ ਕੋਰਟ ਇਜ਼ ਦ ਏਪੈਕਸ, ਏਪੈਕਸ ਮੀਨਸ ਟੌਪ ਐਟ ਨੈਸ਼ਨਲ ਲੈਵਲ। ਤੇ ਕਦੋਂ ਇਸਟੈਬਲਿਸ਼ ਬਣੀ ਸੀ, ਡੇਟ ਬਹੁਤ ਇੰਪੋਰਟੈਂਟ ਹੈ, 28 ਜਨਵਰੀ 1950। ਆਪਾਂ ਨੂੰ ਪਤਾ ਹੈ ਕਿ 26 ਜਨਵਰੀ 1950 ਨੂੰ ਰਿਪਬਲਿਕ ਡੇ ਜਿਸ ਦਿਨ ਮਨਾਇਆ ਜਾਂਦਾ ਹੈ, ਕੀ ਲਾਗੂ ਹੋਇਆ ਸੀ ਆਪਣਾ ਸੰਵਿਧਾਨ, ਕਨਸਟੀਟਿਊਸ਼ਨ। ਸੋ ਉਸ ਤੋਂ ਇੱਕ ਦਿਨ ਬਾਅਦ 28 ਨੂੰ ਸੁਪਰੀਮ ਕੋਰਟ ਬਣ ਗਈ ਤੇ ਇਹਦਾ ਆਰਟੀਕਲ ਹੈ 124(1)। ਇਸ ਕੰਟੈਕਸਟ ਦੇ ਵਿੱਚ ਕੀ ਲਿਖਿਆ ਹੋਇਆ ਹੈ, there shall be a supreme court, a means one, singular, Supreme Court of India consisting of Chief Justice of India until Parliament by law prescribe a large number of not more than 7 judges। ਸੋ ਉਰੇ ਕਿਹਾ ਗਿਆ ਕਿ ਸੁਪਰੀਮ ਕੋਰਟ ਦਾ ਕੰਪੋਜੀਸ਼ਨ ਕੀ ਹੋਊਗੀ, ਇੱਕ ਚੀਫ ਜਸਟਿਸ ਹੋਊਗਾ ਜਿਹੜਾ ਕਿ ਇੰਡੀਆ ਦਾ ਵੀ ਚੀਫ ਜਸਟਿਸ ਹੋਊਗਾ, ਸਭ ਤੋਂ ਆਪਣਾ ਹਾਈਐਸਟ ਜੱਜ ਕਹਿ ਲਓ। ਤੇ ਜਦੋਂ ਤੱਕ ਪਾਰਲੀਮੈਂਟ ਕਹਿੰਦੀ ਨਹੀਂ ਕਿ ਅਸੀਂ ਜ਼ਿਆਦਾ ਜੱਜ ਲੈ ਕੇ ਆਉਣੇ ਨੇ ਸੁਪਰੀਮ ਕੋਰਟ 'ਚ, ਉਦੋਂ ਤੱਕ ਕਿੰਨੇ ਹੋਣਗੇ, 7 ਜੱਜ ਹੋਣਗੇ ਟੋਟਲ। ਸੋ 2009 ਦੇ ਵਿੱਚ ਇੱਕ ਅਮੈਂਡਮੈਂਟ ਹੋਈ, ਇੱਕ ਸੋਧ ਲਿਆਂਦਾ ਗਿਆ ਜਿਹਦੇ ਵਿੱਚ ਕਿ ਸੁਪਰੀਮ ਕੋਰਟ ਦੇ ਜੱਜਿਸ ਨੂੰ ਵਧਾ ਕੇ ਟੋਟਲ ਇਨਕਲੂਡਿੰਗ ਚੀਫ ਜਸਟਿਸ 31 ਕਰਤਾ ਉਹਨਾਂ ਦਾ ਕਾਊਂਟ ਨੰਬਰ। ਸੋ ਇਹ ਟਾਈਮ ਟੂ ਟਾਈਮ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ ਤੇ ਚੇਂਜ ਹੁੰਦੇ ਰਹਿੰਦੇ ਨੇ ਨੰਬਰਸ। ਸੋ ਜਿੰਨੀਆਂ ਵੀ ਪ੍ਰੋਸੀਡਿੰਗਸ ਨੇ ਸੁਪਰੀਮ ਕੋਰਟ ਦੀਆਂ ਉਹ ਇੰਗਲਿਸ਼ ਦੇ ਵਿੱਚ ਹੀ ਹੋਣਗੀਆਂ, ਇਹ ਇੰਪੋਰਟੈਂਟ ਚੀਜ਼ ਹੈ। ਕਈ ਵਾਰੀ ਬੱਚੇ ਹਿੰਦੀ ਦੇ ਨਾਲ ਕਨਫਿਊਜ਼ ਹੁੰਦੇ ਨੇ। ਸੋ ਸੁਪਰੀਮ ਕੋਰਟ ਦੀ ਪ੍ਰੋਸੀਡਿੰਗ ਦੀ ਲੈਂਗੁਏਜ ਹੈ ਇੰਗਲਿਸ਼। ਤੇ ਸੀਟ ਕਿੱਥੇ ਹੈ, ਸੁਪਰੀਮ ਕੋਰਟ ਹੈ ਕਿੱਥੇ, ਇਹ ਦਿੱਲੀ ਦੇ ਵਿੱਚ ਹੈ। ਤੇ ਜਿੰਨੀਆਂ ਵੀ ਪ੍ਰੋਸੀਡਿੰਗ ਨੇ ਉਹ ਓਪਨ ਨੇ, ਪਬਲਿਕ ਜਾ ਕੇ ਉੱਥੇ ਬੈਠ ਕੇ ਆਬਜ਼ਰਵ ਕਰ ਸਕਦੀ ਹੈ। ਨੈਕਸਟ ਹੈ ਆਰਟੀਕਲ 141। ਇਹ ਕਹਿੰਦਾ ਹੈ ਵੀ ਜਿਹੜਾ ਸੁਪਰੀਮ ਕੋਰਟ ਨੇ ਲਾਅ ਬਣਾਤਾ ਉਹ ਸਾਰੀਆਂ ਕੋਰਟਸ ਤੇ, ਜਿੰਨੀਆਂ ਵੀ ਇੰਡੀਆ ਦੀ ਬਾਉਂਡਰੀ ਦੇ ਵਿੱਚ ਕੋਰਟਸ ਨੇ ਸਾਰੀਆਂ ਤੇ ਲਾਗੂ ਹੋਊਗਾ। ਸੋ ਇਹ ਇੰਪੋਰਟੈਂਟ ਆਰਟੀਕਲ ਹੈ 141। ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੀ ਪਾਵਰ ਕਿੱਥੇ ਕਿੱਥੇ ਹੈ, ਉਹਦੀ ਜੂਰਿਸਡਿਕਸ਼ਨ ਕੀ ਹੈ। ਸੋ 4 ਕੈਟੇਗਰੀਜ਼ ਦੇ ਵਿੱਚ ਆਪਾਂ ਸੁਪਰੀਮ ਕੋਰਟ ਦੀ ਪਾਵਰ ਨੂੰ, ਜੂਰਿਸਡਿਕਸ਼ਨ ਨੂੰ ਪੜਾਂਗੇ। ਪਹਿਲੇ ਨੰਬਰ ਤੇ ਓਰੀਜਨਲ ਤੇ ਰਿਟ ਜੂਰਿਸਡਿਕਸ਼ਨ। ਓਰੀਜਨਲ ਦਾ ਮਤਲਬ ਹੈ ਕਿ ਸੁਪਰੀਮ ਕੋਰਟ ਜਦੋਂ ਵੀ ਕਿਸੇ ਯੂਨੀਅਨ, ਸੈਂਟਰ ਦੀ ਸਰਕਾਰ ਜਾਂ ਸਟੇਟ ਲੈਵਲ ਦੇ ਉੱਤੇ ਕੋਈ ਲੜਾਈ ਹੋਵੇ, ਜਾਂ ਕਿਸੇ ਇੱਕ ਸਟੇਟ ਦੀ ਦੂਜੀ ਸਟੇਟ ਦੇ ਨਾਲ, ਜਾਂ 2-3 ਸਟੇਟਸ ਦੀ ਮਿਲ ਕੇ ਸੈਂਟਰ ਦੇ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਲੜਾਈ ਹੋਵੇ, ਤਾਂ ਉੱਥੇ ਸੁਪਰੀਮ ਕੋਰਟ ਦਾ ਪਹਿਲੇ ਨੰਬਰ ਤੇ ਹੱਕ ਹੈ ਉਸ ਡਿਸਪਿਊਟ ਨੂੰ ਸੋਲਵ ਕਰਾਉਣ ਦਾ। ਸੋ ਓਰੀਜਨਲੀ ਸੁਪਰੀਮ ਕੋਰਟ ਇਹ ਵਾਲੇ ਕੇਸ ਨੇ ਜਿਹੜੇ ਯੂਨੀਅਨ ਸਟੇਟ ਦੇ ਜਾਂ ਸਟੇਟ ਦੇ, ਇਹਨਾਂ ਦੇ ਉੱਤੇ ਜੂਰਿਸਡਿਕਸ਼ਨ ਹੈ। ਹੁਣ ਰਿਟ, ਆਰਟੀਕਲ 32 ਕਹਿੰਦਾ ਹੈ ਵੀ ਜਿਹੜੀ ਕਨਸਟੀਟਿਊਸ਼ਨ ਦਾ ਕਿ ਹਰ ਸਿਟੀਜ਼ਨ ਦੇ ਕੋਲ ਇੱਕ ਰਾਈਟ ਹੈ, ਜਿੰਨੇ ਵੀ ਆਪਾਂ ਆਮ ਨਾਗਰਿਕ ਆਪਣੇ ਕੋਲ ਇੱਕ ਰਾਈਟ ਹੈ, ਅਧਿਕਾਰ ਹੈ ਕਿ ਜੇ ਆਪਣਾ ਕੋਈ ਵੀ ਫੰਡਾਮੈਂਟਲ ਰਾਈਟ, ਜਿਹੜੇ ਆਪਣੇ ਰਾਈਟਸ ਦਿੱਤੇ ਹੋਏ ਨੇ ਕਨਸਟੀਟਿਊਸ਼ਨ ਦੇ 3ਜੇ ਪਾਰਟ ਦੇ ਵਿੱਚ,
ਜੋ ਉਹਨਾਂ ਚੋਂ ਕੋਈ ਵੀ ਰਾਈਟ ਆਪਾਂ ਨੂੰ ਲੱਗ ਰਿਹਾ ਕਿ ਆਪਣਾ ਇਨਫੋਰਸ ਨਹੀਂ ਹੋ ਰਿਹਾ, ਇਨਫ੍ਰਿੰਜ ਹੋ ਰਿਹਾ, ਵਾਇਲੇਟ ਹੋ ਰਿਹਾ, ਤਾਂ ਆਪਾਂ ਆਰਟੀਕਲ 32 ਦੇ ਅੰਦਰ ਸੁਪਰੀਮ ਕੋਰਟ ਕੋਲ ਜਾ ਸਕਦੇ ਹਾਂ। ਉਸ ਤੋਂ ਬਾਅਦ ਆਉਂਦੀ ਹੈ ਐਪੀਲੇਟ ਜੂਰਿਸਡਿਕਸ਼ਨ। ਸੁਪਰੀਮ ਕੋਰਟ ਸਭ ਤੋਂ ਜ਼ਿਆਦਾ ਹਾਈਐਸਟ ਜਿਹੜੀ ਕੋਰਟ ਹੈ ਅਪੀਲ ਪਾਉਣ ਦੇ ਲਈ, ਉਹ ਹੈ ਸੁਪਰੀਮ ਕੋਰਟ। ਦੈਨ ਐਡਵਾਈਜ਼ਰੀ ਜੂਰਿਸਡਿਕਸ਼ਨ, ਜਿਹੜਾ ਕਨਸਟੀਟਿਊਸ਼ਨ ਹੈ ਉਹ ਸੁਪਰੀਮ ਕੋਰਟ ਇੱਕ ਪਾਰਲੀਮੈਂਟ ਨੂੰ ਇੱਕ ਰਾਈਟ ਦਿੰਦਾ ਹੈ ਕਿ ਜਦੋਂ ਵੀ ਕਿਸੇ ਕੇਸ ਦੇ ਉੱਤੇ ਲੱਗੇ ਕਿ ਸੁਪਰੀਮ ਕੋਰਟ ਦੀ ਰਾਏ ਲੈਣੀ ਚਾਹੀਦੀ ਹੈ ਪ੍ਰੈਜ਼ੀਡੈਂਟ ਨੂੰ, ਸੋ ਪ੍ਰੈਜ਼ੀਡੈਂਟ ਸੁਪਰੀਮ ਕੋਰਟ ਦੀ ਐਡਵਾਈਸ ਵੀ ਲੈ ਸਕਦਾ ਹੈ। ਉਹ ਐਡਵਾਈਸ ਬਾਈਂਡਿੰਗ ਨਹੀਂ ਹੈ, ਉਹ ਕੰਪਲਸਰੀ ਨੇਚਰ ਦੀ ਨਹੀਂ ਹੈ, ਪਰ ਜਦੋਂ ਵੀ ਪ੍ਰੈਜ਼ੀਡੈਂਟ ਨੂੰ ਲੱਗੇ ਕਿ ਕੋਈ ਇਹੋ ਜਿਹਾ ਕੁਐਸਚਨ ਉਹਦੇ ਸਾਹਮਣੇ ਆ ਗਿਆ, ਇਹੋ ਜਿਹਾ ਕੋਈ ਇਸ਼ੂ ਹੈ, ਡਿਸਪਿਊਟ ਹੈ ਜਿਹਦੇ ਵਿੱਚ ਕਿ ਕਨਸਟੀਟਿਊਸ਼ਨ ਇਨਵੋਲਵ ਹੈ, ਸੋ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸੁਪਰੀਮ ਕੋਰਟ ਦੀ ਐਡਵਾਈਸ ਲੈ ਸਕਦਾ ਹੈ ਤੇ ਉਹ ਐਡਵਾਈਸ ਬਾਈਂਡਿੰਗ ਨਹੀਂ ਹੈ, ਸਿਰਫ ਐਡਵਾਈਜ਼ਰੀ ਓਪੀਨੀਅਨ ਹੈ। ਦੈਨ ਆਉਂਦੀ ਹੈ ਰਿਵਿਊ ਜੂਰਿਸਡਿਕਸ਼ਨ। ਸੁਪਰੀਮ ਕੋਰਟ ਦੇ ਕੋਲ ਪਾਵਰ ਹੈ ਕਿ ਜੇ ਕਿਸੇ ਨੇ ਵੀ ਕੋਈ ਜਜਮੈਂਟ ਦਿੱਤੀ ਹੈ, ਕੋਈ ਆਰਡਰ ਪਾਸ ਕੀਤਾ ਹੈ, ਤਾਂ ਸੁਪਰੀਮ ਕੋਰਟ ਉਸ ਆਰਡਰ ਨੂੰ ਦੁਬਾਰਾ ਤੋਂ ਰਿਵਿਊ ਕਰ ਸਕਦੀ ਹੈ, ਦੁਬਾਰਾ ਤੋਂ ਦੇਖ ਸਕਦੀ ਹੈ, ਖੋਲ ਸਕਦੀ ਹੈ ਤੇ ਆਪਣਾ ਡਿਸੀਜਨ ਬਦਲ ਵੀ ਸਕਦੀ ਹੈ। ਸੋ ਆਰਟੀਕਲ 137 ਕਹਿੰਦਾ ਹੈ review of judgment or order by Supreme Court wherein subject to provision of any law made by Parliament or any rules made under Article 145, Supreme Court shall have the power to review the judgment pronounced or made by it. So ਦੂਜੇ ਨੰਬਰ ਤੇ ਹੁਣ ਆਪਾਂ ਨੇ ਪੜ੍ਹ ਲਿਆ ਟੌਪ ਤੇ ਕੀ ਆ ਗਈ ਸੁਪਰੀਮ ਕੋਰਟ 124। ਸੋ ਜਦੋਂ ਆਪਾਂ ਨੇ ਹਾਈ ਕੋਰਟ ਦਾ ਆਰਟੀਕਲ ਯਾਦ ਕਰਨਾ ਤਾਂ ਥੋੜਾ ਜਿਹਾ ਬਸ ਇਹਨੂੰ ਉਲਟਾ ਕਰ ਦੇਣਾ ਆਪਾਂ ਨੇ 214। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਦੋਨੋਂ ਨੂੰ ਆਪਸ ਚ ਰਿਲੇਟ ਕਰਕੇ ਇੱਕ ਦੂਜੇ ਦੀ ਪਹਿਚਾਣ ਕਰਕੇ ਤੁਸੀਂ 1 2 4 ਇਹੀ ਨੰਬਰ ਨੇ ਦੋਨਾਂ ਵਿੱਚ, ਬਸ ਪਹਿਲਾਂ 1 ਹੈ ਤੇ ਉਰੇ 2 ਹੈ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਚੀਜ਼ਾਂ ਨੂੰ ਕ੍ਰੈਮ ਕਰ ਸਕਦੇ ਹੋ ਟ੍ਰਿਕਸ ਦੇ ਨਾਲ। ਸੋ ਉਰੇ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ ਕਿ ਉਰੇ ਆਪਣੇ ਨੰਬਰ 1 ਕਿਉਂ ਪਾਇਆ, ਕਿਉਂਕਿ ਸੁਪਰੀਮ ਕੋਰਟ ਨੰਬਰ 1 ਤੇ ਹੈ। ਉਰੇ ਪਹਿਲਾਂ 2 ਕਿਉਂ ਆਉਂਦਾ, ਕਿਉਂਕਿ ਹਾਈ ਕੋਰਟ ਨੰਬਰ 2 ਤੇ ਹੈ। ਸੋ ਹਾਈਐਸਟ ਕੋਰਟ ਇਨ ਦਾ ਸਟੇਟ, ਰਾਜਾਂ ਦੀ ਜਿਹੜੀ ਆਪਣੀਆਂ ਸਟੇਟਸ ਨੇ, ਪੰਜਾਬ ਹੈ, ਹਰਿਆਣਾ ਹੈ ਜਾਂ ਹਿਮਾਚਲ ਹੈ, ਕੋਈ ਵੀ ਸਟੇਟ ਹੈ, ਸਟੇਟਸ ਦੀ ਜਿਹੜੀ ਹਾਈਐਸਟ ਵੱਡੀ ਸਭ ਤੋਂ ਕੋਰਟ ਹੁੰਦੀ ਹੈ ਉਹ ਹੁੰਦੀ ਹੈ ਹਾਈ ਕੋਰਟ, ਤੇ ਹਾਈ ਕੋਰਟ 214 ਆਰਟੀਕਲ ਦੇ ਅੰਦਰ ਬਣੀ ਹੈ। ਇਸ ਟਾਈਮ 25 ਹਾਈ ਕੋਰਟਸ ਨੇ ਕੰਟਰੀ ਦੇ ਵਿੱਚ, ਤੇ ਹਰ ਇੱਕ ਹਾਈ ਕੋਰਟ ਦੇ ਵਿੱਚ ਇੱਕ ਚੀਫ ਜਸਟਿਸ ਹੁੰਦਾ ਤੇ ਹੋਰ ਜੱਜਿਸ ਜਿਹੜੇ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਅਪੁਆਇੰਟ ਕਰਦੇ ਨੇ। ਸੋ ਇਹ ਵੀ ਇੰਪੋਰਟੈਂਟ ਚੀਜ਼ ਹੈ ਕਿ ਹਾਈ ਕੋਰਟ ਦੇ ਜੱਜਿਸ ਨੂੰ ਕੌਣ ਅਪੁਆਇੰਟ ਕਰਦਾ। ਸੋ ਜਿਹੜੀ ਵੀ ਹਾਈ ਕੋਰਟ ਹੈ ਉਹਨੂੰ ਆਪਾਂ ਕੋਰਟ ਆਫ ਰਿਕਾਰਡ ਕਵਾਂਗੇ, ਕਿਉਂਕਿ ਜਿੰਨੇ ਵੀ ਹਾਈ ਕੋਰਟ ਦੇ ਡਿਸੀਜਨ ਨੇ ਉਹ ਬਾਕੀ ਛੋਟੀਆਂ ਕੋਰਟਸ ਨੇ ਜਿਹੜੀਆਂ ਉਹ ਆਪਣੇ ਡਿਸੀਜਨ ਦੇ ਟਾਈਮ ਉਹਨੂੰ ਰੈਫਰ ਕਰਕੇ ਵਿੱਚ ਪਾ ਸਕਦੀਆਂ ਨੇ। ਸੋ ਇਹ ਕੋਰਟ ਆਫ ਰਿਕਾਰਡ ਹੈ ਤੇ ਹਾਈ ਕੋਰਟ ਦੇ ਕੋਲ ਪਾਵਰ ਹੈ ਕਿ ਉਹ ਜੇ ਕੋਈ ਵੀ ਕੰਟੈਂਪਟ ਕਰ ਰਿਹਾ, ਪਨਿਸ਼ ਫॉर ਕੰਟੈਂਪਟ, ਜੇ ਕੋਈ ਵੀ ਹਾਈ ਕੋਰਟ ਦੇ ਰੂਲਸ ਰੈਗੂਲੇਸ਼ਨ ਨੂੰ ਖਰਾਬ ਕਰ ਰਿਹਾ, ਇਨਫ੍ਰਿੰਜ ਕਰ ਰਿਹਾ, ਉਹਦੇ ਅਗੇਂਸਟ ਜਾ ਕੇ ਕੋਈ ਕੰਮ ਕਰ ਰਿਹਾ, ਸੋ ਕੰਟੈਂਪਟ ਦਾ ਕੇਸ ਪਾ ਸਕਦੀ ਹੈ 215 ਦੇ ਅੰਦਰ। However, Parliament may by law establish a common high court. ਸੋ ਦੋ ਜਾਂ ਦੋ ਤੋਂ ਜ਼ਿਆਦਾ ਸਟੇਟਸ ਜਾਂ ਕਿਸੇ ਯੂਟੀ ਦੀ 231 ਆਰਟੀਕਲ ਦੇ ਅੰਦਰ ਇੱਕ ਇਕੱਠੀ ਇੱਕ ਕਾਮਨ ਹਾਈ ਕੋਰਟ ਵੀ ਹੋ ਸਕਦੀ ਹੈ। ਇਹਦੀ ਸਭ ਤੋਂ ਇੰਟਰਸਟਿੰਗ ਐਗਜ਼ਾਮਪਲ ਹੈ, ਸਭ ਤੋਂ ਈਜ਼ੀ ਆਪਣੇ ਲਈ ਯਾਦ ਰੱਖਣੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਸੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪੰਜਾਬ ਸਟੇਟ ਦੀ ਵੀ ਹੈ ਤੇ ਹਰਿਆਣਾ ਦੀ ਵੀ ਹੈ, ਤੇ ਇਹ ਕਿੱਥੇ ਹੈ, ਇਹ ਚੰਡੀਗੜ੍ਹ ਦੇ ਵਿੱਚ ਹੈ। ਸੋ ਇਹ ਕਿਹੜੇ ਆਰਟੀਕਲ ਦੇ ਅੰਦਰ ਬਣੀ ਹੈ, ਇਹ ਆਰਟੀਕਲ 231 ਦੇ ਅੰਦਰ ਬਣੀ ਹੈ। ਸੋ ਇੱਕ ਜਿਹੜਾ ਜੱਜ ਹੈ ਹਾਈ ਕੋਰਟ ਦਾ, ਉਹ ਕਦੋਂ ਤੱਕ ਆਪਣਾ ਆਫਿਸ ਜੱਜ ਦਾ ਸੰਭਾਲ ਸਕਦਾ ਹੈ, ਜਦੋਂ ਤੱਕ ਉਹਨਾਂ ਦੀ ਏਜ 62 ਇਅਰਸ ਹੈ, ਤੇ ਉਹ ਕਿਸੇ ਵੀ ਟਾਈਮ ਰਿਜ਼ਾਈਨ ਕਰ ਸਕਦੇ ਨੇ। ਤੇ ਜਿਹੜੇ ਜੱਜ ਹੈ ਹਾਈ ਕੋਰਟ ਦੇ, ਉਹਨਾਂ ਨੂੰ ਰਿਮੂਵ ਕੌਣ ਕਰੂਗਾ, ਉਹਨਾਂ ਨੂੰ ਪ੍ਰੈਜ਼ੀਡੈਂਟ ਰਿਮੂਵ ਕਰੂਗਾ। ਕਿਹੜੇ ਗਰਾਊਂਡਸ ਤੇ, ਜਾਂ ਤਾਂ ਉਹਨਾਂ ਨੇ ਕੋਈ ਮਿਸਬਿਹੇਵ ਕੀਤਾ ਜਾਂ ਫਿਰ ਉਹਨਾਂ ਦੀ ਕੋਈ ਇਨਕੈਪੈਸਿਟੀ ਹੋਗੀ, ਸੇਮ ਤਰੀਕੇ ਦੇ ਨਾਲ ਜਿਵੇਂ ਇੱਕ ਸੁਪਰੀਮ ਕੋਰਟ ਦੇ ਜੱਜ ਨੂੰ ਰਿਮੂਵ ਕੀਤਾ ਜਾਂਦਾ ਹੈ, ਸੋ ਉਸੇ ਤਰੀਕੇ ਦੇ ਨਾਲ ਇੱਕ ਹਾਈ ਕੋਰਟ ਦੇ ਜੱਜ ਨੂੰ ਵੀ ਰਿਮੂਵ ਕਰ ਸਕਦੇ ਹਾਂ। ਸੋ ਹੁਣ ਮੈਂ ਟੌਪਿਕ ਦੇ ਅੱਗੇ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਚੀਜ਼ ਸ਼ੇਅਰ ਕਰਨੀ ਹੈ। ਸੋ ਸਾਡਾ ਇੱਕ ਰੇਸ ਅਕੈਡਮੀ ਅਫੀਸ਼ੀਅਲ ਦਾ ਇੱਕ ਐਪ ਹੈ, ਤੁਸੀਂ ਇਸ ਐਪ ਤੇ ਜਾ ਕੇ ਇਹਨਾਂ ਵਿੱਚੋਂ ਕੋਈ ਵੀ ਕੋਰਸ ਬਾਏ ਕਰ ਸਕਦੇ ਹੋ, ਤੇ ਜਿਹੜੇ ਕੋਰਸਿਸ ਕਰਵਾਏ ਜਾ ਰਹੇ ਨੇ ਇਹ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੇਟ ਤੇ ਕਰਵਾਏ ਜਾ ਰਹੇ ਨੇ। ਸੋ ਤੁਸੀਂ ਦੇਖ ਸਕਦੇ ਹੋ ਕਿ ਜੇ ਤੁਸੀਂ 6 ਮੰਥਲੀ ਕੋਈ
करंट अफेयर जीके करना चाਹੁੰਦੇ ਹੋ ਜਾਂ ਤੁਸੀਂ ਕੋਈ ਸਟੈਟਿਕ ਜੀਕੇ ਔਰ ਫॉर दैट मैटर ਜੇ ਤੁਸੀਂ ਕੋਆਪਰੇਟਿਵ ਬੈਂਕ ਜਾਂ ਐਕਸਾਈਜ਼ ਇੰਸਪੈਕਟਰ ਕਿਸੇ ਵੀ ਪਾਰਟਿਕੂਲਰ ਐਗਜ਼ਾਮ ਕੱਲੇ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਸ ਐਪ ਦੇ ਉੱਤੇ ਜਾਓ ਇਹਦੇ ਵਿੱਚੋਂ ਤੁਸੀਂ ਕੋਰਸ ਦਾ ਰੇਟ ਚੈੱਕ ਕਰੋ ਜੇ ਤੁਹਾਨੂੰ ਉਹ ਜੈਨੂਇਨ ਲੱਗ ਰਿਹਾ ਤਾਂ ਤੁਸੀਂ ਉਹਨੂੰ ਬਾਏ ਕਰੋ ਕਿਉਂਕਿ ਇਹ ਜਿਹੜੇ ਕੋਰਸਿਸ ਨੇ ਉਹ ਬਹੁਤ ਹੀ ਜ਼ਿਆਦਾ ਵੈਲਿਊਏਬਲ ਕੰਟੈਂਟ ਦੇ ਰਹੇ ਨੇ ਸੋ ਤੁਸੀਂ ਇਹ ਓਪਰਚੁਨਿਟੀ ਨੂੰ ਗ੍ਰੈਬ ਕਰ ਸਕਦੇ ਹੋ ਕਿਉਂਕਿ ਇਸ ਟਾਈਮ ਬਹੁਤ ਵਧੀਆ ਡਿਸਕਾਊਂਟ ਵੀ ਚੱਲ ਰਿਹਾ ਤੇ ਨਾਲ ਹੀ ਰੇਸ ਅਕੈਡਮੀ ਅਫੀਸ਼ੀਅਲ ਦੇ ਦੁਆਰਾ ਇੱਕ ਮੰਥਲੀ ਮੈਗਜ਼ੀਨ ਵੀ ਲਾਂਚ ਹੁੰਦਾ ਹੈ ਜਿਹਦੇ ਵਿੱਚ ਕਿ ਤੁਹਾਨੂੰ ਸਾਰੇ ਜਿੰਨੇ ਵੀ ਇੰਪੋਰਟੈਂਟ ਸੋਰਸਿਸ ਨੇ ਚਾਹੇ ਉਹ ਇੰਡੀਅਨ ਐਕਸਪ੍ਰੈਸ ਹੈ ਇਕਨੋਮਿਕ ਟਾਈਮਜ਼ ਹੈ ਸਾਰੇ ਦੇ ਸਾਰੇ ਨਿਊਜ਼ਪੇਪਰਸ ਦੇ ਵਿੱਚੋਂ ਦ ਹਿੰਦੂ ਹੋ ਗਿਆ ਜਾਂ ਪੀਆਈ ਬਾਈ ਇੰਡੀਆ ਜਿੰਨੇ ਵੀ ਗਵਰਨਮੈਂਟ ਦੀਆਂ ਸਰਕਾਰੀ ਵੈਬਸਾਈਟਸ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਕੱਢ ਕੇ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਇੱਕ ਜਗ੍ਹਾ ਤੇ ਕੰਪਾਈਲ ਹੋ ਕੇ ਮਿਲਦੀ ਹੈ ਸੋ ਤੁਸੀਂ ਇਸ ਮੈਗਜ਼ੀਨ ਨੂੰ ਬਾਏ ਕਰੋ ਤੇ ਤੁਹਾਨੂੰ ਜਿੰਨੇ ਵੀ ਆਉਣ ਵਾਲੇ ਐਗਜ਼ਾਮ ਨੇ ਉਹਨਾਂ ਵਿੱਚ ਕਰੰਟ ਅਫੇਅਰ ਦੀ ਬਿਲਕੁਲ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਪਊਗੀ ਤੇ ਨਾਲ ਹੀ ਜੇ ਤੁਸੀਂ ਮੇਰੇ ਤੋਂ ਪੰਜਾਬੀ ਦੇ ਵਿੱਚ ਡੇਲੀ ਕਰੰਟ ਅਫੇਅਰ ਕਰਨੇ ਨੇ ਤਾਂ ਮੈਂ ਰੇਸ ਅਕੈਡਮੀ ਅਫੀਸ਼ੀਅਲ ਦਾ ਜਿਹੜਾ YouTube ਪਲੇਟਫਾਰਮ ਹੈ YouTube ਚੈਨਲ ਹੈ ਉਹਦੇ ਉੱਤੇ ਡੇਲੀ ਕਰੰਟ ਅਫੇਅਰ ਕਰਵਾਉਣੀ ਆ ਸੋ ਤੁਸੀਂ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਸੋ ਹੁਣ ਆਪਾਂ ਆਪਣੇ ਟੌਪਿਕ ਤੇ ਆਉਂਦੇ ਆ ਸੋ ਆਪਾਂ ਨੇ ਸੁਪਰੀਮ ਕੋਰਟ ਕਰ ਲਈ ਆਪਾਂ ਨੇ ਹਾਈ ਕੋਰਟ ਕਰ ਲਈ ਹੁਣ ਆਪਾਂ ਤੀਜੇ ਲੈਵਲ ਦੀ ਕੋਰਟ ਤੇ ਆ ਰਹੇ ਹਾਂ ਜਿਹਨੂੰ ਆਪਾਂ ਕਹਿੰਦੇ ਆ ਸਬਆਰਡੀਨੇਟ ਕੋਰਟਸ ਸੋ ਜਿਹੜੀਆਂ ਸਬਆਰਡੀਨੇਟ ਕੋਰਟਸ ਨੇ ਇਹ ਵੀ ਪਾਰਟ 6 ਦੇ ਵਿੱਚ ਹੀ ਨੇ ਚੈਪਟਰ 6 ਐਜ਼ ਅ ਰੂਲ civil cases are dealt with by one set of hierarchy of court known as civil court ਸੋ ਸਬਆਰਡੀਨੇਟ ਕੋਰਟ ਦੇ ਵਿੱਚ ਕੀ ਹੈ ਕਿ ਜਿਹੜੇ ਸਿਵਲ ਕੇਸ ਨੇ ਉਹ ਸਿਵਲ ਕੋਰਟ ਦੇਖਣਗੀਆਂ ਜਿਹੜੇ ਕ੍ਰਿਮੀਨਲ ਕੇਸ ਨੇ ਉਹ ਅਲੱਗ ਤੋਂ ਕ੍ਰਿਮੀਨਲ ਕੋਰਟਸ ਦੇਖਣਗੀਆਂ ਸੋ ਸਿਵਲ ਕੋਰਟਸ ਦਾ ਜਿਹੜਾ ਪ੍ਰੋਸੀਜਰ ਹੈ ਉਹ ਸੀਪੀਸੀ ਨਾਮ ਦਾ ਹੈ ਸਿਵਲ ਪ੍ਰੋਸੀਜਰ ਕੋਡ ਕਹਿੰਦੇ ਆਪਾਂ ਉਹਨੂੰ ਤੇ ਜਿਹੜਾ ਕ੍ਰਿਮੀਨਲ ਕੋਰਟ ਉਹ ਕਿਹੜੇ ਕਿੱਥੋਂ ਆਪਣੀ ਪਾਵਰ ਲੈਂਦੀਆਂ ਨੇ ਕਿਹਦੇ ਅਕੋਰਡਿੰਗ ਚੱਲ ਕੇ ਡਿਸੀਜਨ ਲੈਂਦੀਆਂ ਨੇ CRPC ਦੇ ਅਕੋਰਡਿੰਗ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਅਕੋਰਡਿੰਗ ਸੋ ਇਹ ਵੀ ਆਪਾਂ ਨੇ ਯਾਦ ਰੱਖਣਾ ਹੈ ਜਿਹੜੀ ਹਾਇਰਾਰਕੀ ਹੈ ਇਹਨਾਂ ਕੋਰਟ ਦੀ ਇਹ ਹਾਈ ਕੋਰਟ ਤੋਂ ਨੀਚੇ ਨੇ ਇਸੇ ਲਈ ਇਹਨਾਂ ਨੂੰ ਆਪਾਂ ਸਬਆਰਡੀਨੇਟ ਕੋਰਟ ਕਹਿੰਦੇ ਆ ਸੋ ਜਿਹੜੇ ਸਟੇਟ ਗਵਰਨਮੈਂਟ ਨੇ ਸਰਕਾਰ ਹੈ ਜਿਹੜੀ ਆਪਣੀ ਸਟੇਟ ਦੀ ਰਾਜਾਂ ਦੀ ਉਹ ਇਹਨਾਂ ਨੂੰ ਕ੍ਰੀਏਟ ਕਰੂਗੀ ਸਬਆਰਡੀਨੇਟ ਕੋਰਟਸ ਨੂੰ ਤੇ ਹਾਈ ਕੋਰਟਸ ਤੋਂ ਨੀਚੇ ਡਿਸਟ੍ਰਿਕਟ ਕੋਰਟ ਨੇ ਤੇ ਜਿਹੜੇ ਡਿਸਟ੍ਰਿਕਟ ਕੋਰਟ ਸਬਆਰਡੀਨੇਟ ਕੋਰਟਸ ਨੇ ਇਹ ਹਰ ਡਿਸਟ੍ਰਿਕਟ ਦੀ ਹੈ ਹਰ ਜ਼ਿਲ੍ਹੇ ਦੀ ਆਪਣੀ ਇੱਕ ਡਿਸਟ੍ਰਿਕਟ ਕੋਰਟ ਹੈ ਜਿਹੜੀ ਡਿਸਟ੍ਰਿਕਟ ਕੋਰਟ ਹੈ ਆਪਾਂ ਨੇ ਦੇਖ ਲਿਆ ਸੁਪਰੀਮ ਕੋਰਟ ਹਾਈ ਕੋਰਟ ਡਿਸਟ੍ਰਿਕਟ ਕੋਰਟ ਜਿਹੜੇ ਡਿਸਟ੍ਰਿਕਟ ਕੋਰਟ ਨੇ ਇਹਨਾਂ ਤੋਂ ਨੀਚੇ ਲੋਅਰ ਕੋਰਟਸ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਸਿਵਲ ਜੱਜ 1 ਕਹਿ ਸਕਦੇ ਹਾਂ ਜਾਂ ਜੁਡੀਸ਼ੀਅਲ ਮੈਜਿਸਟ੍ਰੇਟ ਸੈਕੰਡ ਕਲਾਸ ਦੀ ਕੋਰਟ ਹੁੰਦੀ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਦੀ ਕੋਰਟ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਜਾਂ ਆਪਣੇ ਕੋਲ ਲੇਬਰ ਕੋਰਟਸ ਨੇ ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਕੋਰਟਸ ਆਉਂਦੀਆਂ ਨੇ ਡਿਸਟ੍ਰਿਕਟ ਲੈਵਲ ਤੋਂ ਨੀਚੇ ਹੁਣ ਅੱਜ ਕੱਲ ਤਾਂ ਆਪਣੇ ਕੋਲ ਲੋਕ ਅਦਾਲਤ ਵੀ ਆ ਗਿਆ ਜਿਹੜੀਆਂ ਕਿ ਆ ਸਿੰਪਲ ਸਿਵਲ ਨੇਚਰ ਦੇ ਕੇਸਿਸ ਨੂੰ ਦੇਖਦੇ ਨੇ ਜਾਂ ਫਿਰ ਨਿਆਏ ਪੰਚਾਇਤ ਆ ਗਈਆਂ ਬਹੁਤ ਸਾਰੇ ਜਗ੍ਹਾ ਤੇ ਜਿੱਥੇ ਨਿਆਏ ਪੰਚਾਇਤ ਨਾਮ ਦੀਆਂ ਕੋਰਟਸ ਨੇ ਇਹ ਵੈਸੇ ਤਾਂ ਇਨਫੋਰਮਲ ਨੇ ਬਟ ਇਹ ਜਿਹੜੇ ਡਿਸੀਜਨ ਲੈਂਦੀਆਂ ਨੇ ਕਈ ਵਾਰੀ ਉਹ ਜਿਵੇਂ ਇੱਕ ਜੱਜ ਡਿਸੀਜਨ ਦਿੰਦਾ ਹੈ ਅਸਲੀ ਸਿਵਲ ਕੋਰਟ ਦੇ ਵਿੱਚ ਸੇਮ ਉਸੇ ਤਰ੍ਹਾਂ ਦੇ ਨਾਲ ਨਿਆਏ ਪੰਚਾਇਤ ਦਾ ਜਿਹੜਾ ਡਿਸੀਜਨ ਹੈ ਉਹਨੂੰ ਇਫੈਕਟਿਵ ਮੰਨਿਆ ਜਾਂਦਾ ਹੈ ਸੋ ਸਬਆਰਡੀਨੇਟ ਕੋਰਟਸ ਤੋਂ ਨੀਚੇ ਗ੍ਰਾਸ ਰੂਟ ਲੈਵਲ ਤੇ ਆਪਣੇ ਕੋਲ ਪੰਚਾਇਤ ਕੋਰਟਸ ਨੇ ਤੇ ਪੰਚਾਇਤ ਕੋਰਟ ਕਿਹੜੀਆਂ ਨੇ ਨਿਆਏ ਪੰਚਾਇਤ ਗ੍ਰਾਮ ਪੰਚਾਇਤ ਪੰਚਾਇਤ ਅਦਾਲਤ ਕਈ ਵਾਰੀ ਪਿੰਡਾਂ 'ਚ ਆਪਾਂ ਦੇਖਿਆ ਕਿ ਜਿਵੇਂ ਡਿਵੋਰਸ ਵਗੈਰਾ ਤਲਾਕ ਹੋਣਾ ਜਾਂ ਕਿਸੇ ਦੀ ਕੋਈ ਆਪਾਂ ਨੇ ਕਹਿੰਦੇ ਆ ਵੀ ਸੁਲਾਹ ਕਰਾ ਦਿਓ ਸੋ ਉਹ ਸਾਰੀਆਂ ਚੀਜ਼ਾਂ ਗ੍ਰਾਮ ਪੰਚਾਇਤ ਹੀ ਮਿਲ ਕੇ ਕਰਾ ਦਿੰਦੀ ਹੈ ਤੇ ਉਹਨੂੰ ਇਫੈਕਟਿਵ ਮੰਨਿਆ ਜਾਂਦਾ ਜਦੋਂ ਪੰਚਾਇਤ ਦੇ ਸਾਹਮਣੇ ਬੈਠ ਕੇ ਕੋਈ ਡਿਸੀਜਨ ਲਿਆ ਜਾਵੇ ਓਪਨਲੀ ਦੋਨੋਂ ਪਾਰਟੀਆਂ ਨੂੰ ਸੁਣ ਕੇ ਤਾਂ ਜਿਹੜਾ ਡਿਸੀਜਨ ਆ ਉਹਨੂੰ ਵੈਲਿਡ ਮੰਨਿਆ ਜਾਂਦਾ ਹੈ ਐਜ਼ ਪਰ ਲਾਅ these are however not considered as court ਇੱਕ ਕ੍ਰਿਮੀਨਲ ਕੋਰਟ ਦੀ ਜੁਰਿਸਡਿਕਸ਼ਨ ਦੇ ਅੰਦਰ ਨਹੀਂ ਆਉਂਦੀਆਂ ਪਰ ਸਿਵਲ ਕੋਰਟ ਦੀ ਜੁਰਿਸਡਿਕਸ਼ਨ ਦੇ ਅੰਦਰ ਆਉਂਦੀਆਂ ਨੇ ਸੋ ਹੁਣ ਆਪਾਂ ਗੱਲ ਕਰਾਂਗੇ ਵੀ ਜਿਹੜਾ ਆਪਣਾ ਜੁਡੀਸ਼ੀਅਲ ਸਿਸਟਮ ਹੈ ਉਹਦੇ ਵਿੱਚ ਕਿਹੜੀਆਂ ਕਮੀਆਂ ਨੇ ਡਿਫੈਕਟਸ ਕੀ ਨੇ ਸੋ ਸੁਪਰੀਮ ਕੋਰਟ ਤੇ ਹਾਈ ਕੋਰਟ ਇਹ ਓਵਰਬਰਡਨ ਨੇ ਇਹਨਾਂ ਕੋਲ ਬਹੁਤ ਹੀ ਜ਼ਿਆਦਾ ਕੇਸਿਸ ਨੇ ਬਹੁਤ ਜ਼ਿਆਦਾ ਅਪੀਲਸ ਜਾਂਦੀਆਂ ਨੇ ਸੋ ਇਹਦੇ ਨਾਲ ਕੀ ਹੈ ਕਿ ਬਿਨਾਂ ਮਤਲਬ ਦਾ ਡਿਲੇ ਹੁੰਦਾ ਰਹਿੰਦਾ ਅਪੀਲਸ ਨੂੰ ਡਿਸਪੋਜ਼ ਆਫ ਕਰਾਉਣ ਜਿਹੜੀਆਂ ਛੋਟੀਆਂ ਕੋਰਟਸ ਨੇ ਉਹ ਓਵਰਵਰਕਡ ਨੇ ਮਤਲਬ ਕਿ ਬਿਨਾਂ ਮਤਲਬ ਦਾ ਬਹੁਤ ਸਾਰਾ ਉਹਨਾਂ ਦੇ ਕੋਲ ਕੰਮ ਹੁੰਦਾ ਹੈ ਤੇ ਉਹ ਇਫੈਕਟਿਵਲੀ ਉਸ ਕੰਮ ਨੂੰ ਕਰ ਨਹੀਂ ਪਾਉਂਦੀਆਂ
ਜਿੰਨੀਆਂ ਵੀ ਸਿਵਲ ਤੇ ਕ੍ਰਿਮੀਨਲ ਕੇਸ ਨੇ ਉਹ ਬਹੁਤ ਸਾਲ 30 ਸਾਲ ਵੀ ਸਿਵਲ ਕੇਸ ਆਪਾਂ ਨੇ ਦੇਖਿਆ ਕਿ ਪ੍ਰਾਪਰਟੀ ਵਗੈਰਾ ਨਾਲ ਰਿਲੇਟਡ ਪੈਂਡਿੰਗ ਰਹਿੰਦੇ ਨੇ। ਕਿਉਂ? ਕਿਉਂਕਿ ਨਾ ਤਾਂ ਪਾਰਟੀ ਸੀਰੀਅਸਲੀ ਉੱਥੇ ਅਟੈਂਡ ਕਰਦੀਆਂ ਨੇ ਆਪਣੀਆਂ ਜਿਹੜੀ ਹੀਅਰਿੰਗਸ ਨੇ, ਨਾ ਹੀ ਜਿਹੜੇ ਲਾਇਰਸ ਕਾਉਂਸਲ ਨੇ ਉਹ ਇਫੈਕਟਿਵਲੀ ਕੰਮ ਕਰਦੇ ਨੇ। ਸੋ ਜਿਹੜੇ ਜੱਜਿਸ ਨੇ ਉਹਨਾਂ ਨੂੰ ਐਡਜਰਨਮੈਂਟਸ ਦੇਣੀਆਂ ਪੈਂਦੀਆਂ ਨੇ ਤੇ ਮੈਟਰ ਆਫ ਰੂਟੀਨ ਹੈ। ਆਪਾਂ ਦੇਖ ਸਕਦੇ ਹਾਂ ਕਿ ਲਾਇਰਸ ਮੋਸਟਲੀ ਜਾ ਕੇ ਕਹਿੰਦੇ ਨੇ ਕਿ ਅਗਲੀ ਤਰੀਕ ਦੇ ਦਿਓ, ਅਗਲੀ ਤਰੀਕ ਦੇ ਦਿਓ। ਸੋ ਜੱਜਿਸ ਲਈ ਵੀ ਇੱਕ ਹੈਬਿਟ ਬਣ ਗਈ, ਇੱਕ ਡੇਲੀ ਰੂਟੀਨ ਦਾ ਮੈਟਰ ਬਣ ਗਿਆ। ਜਦੋਂ ਵੀ ਆਪਾਂ ਛੋਟੀ ਕੋਰਟਸ ਦੀ ਗੱਲ ਕਰਦੇ ਹਾਂ, ਸਬਆਰਡੀਨੇਟ ਕੋਰਟਸ ਦੀ ਗੱਲ ਕਰਦੇ ਹਾਂ, ਤੇ ਜਿਹੜੀ ਲਿਟੀਗੇਸ਼ਨ ਹੈ ਜਿਵੇਂ ਪਾਰਟਿਕੂਲਰਲੀ ਸਿਵਲ ਲਿਟੀਗੇਸ਼ਨ, ਮਤਲਬ ਕਿ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਕਈ ਵਾਰੀ ਕਿਸੇ ਦਾ ਕੋਈ ਲੈਂਡ ਦਾ ਪ੍ਰੋਪਰਟੀ ਦਾ ਇਸ਼ੂ ਹੈ ਉਹ 30 ਸਾਲ ਤੱਕ ਚੱਲਦਾ ਰਹਿੰਦਾ ਹੈ। ਸੋ ਇਹ ਬਹੁਤ ਹੀ ਜ਼ਿਆਦਾ ਮਹਿੰਗਾ ਅਫੇਅਰ ਹੈ, ਬਹੁਤ ਕਾਸਟਲੀ ਪ੍ਰੋਸੀਜਰ ਹੈ ਤੇ ਇੱਕ ਆਮ ਇਨਸਾਨ ਦੀ ਰੀਚ ਤੋਂ ਬਾਹਰ ਹੈ। At times, people are compelled to forego the legitimate claim and prefer to suffer injustice. ਸੋ ਕਈ ਵਾਰੀ ਲੋਕ ਇੰਨਾ ਅੱਕ ਜਾਂਦੇ ਨੇ ਕਿ ਕੇਸ ਨੂੰ ਛੱਡ ਦਿੰਦੇ ਨੇ ਕਿ ਅਸੀਂ ਤਾਂ ਲੜਨਾ ਹੀ ਨਹੀਂ, ਤੇ ਉਹਨਾਂ ਨੂੰ ਸਿਰਫ ਇੱਕ ਪੈਸੇ ਦੀ ਕਮੀ ਕਰਕੇ, ਐਕਸਪੈਂਸਿਵ ਲਿਟੀਗੇਸ਼ਨ ਦੀ ਕਰਕੇ, ਇੰਨੀਆਂ ਮਹਿੰਗੀਆਂ ਇੱਕ ਹੀਅਰਿੰਗ ਦੀ ਕਿੰਨੀ ਜ਼ਿਆਦਾ, ਕਈ ਲਾਇਰਸ ਲੱਖਾਂ ਪੈਸਾ ਲੈਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਕਰਕੇ ਕੀ ਹੈ ਕਿ ਲੋਕਾਂ ਨੂੰ ਇਨਜਸਟਿਸ ਇਹਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਬਾਰ ਕਲੈਰੀਕਲ ਲੈਵਲ ਤੇ, ਛੋਟੇ ਲੈਵਲ ਤੇ ਜਿੰਨਾ ਵੀ ਕੰਮ ਹੁੰਦਾ ਹੈ, ਹਰ ਜਗ੍ਹਾ ਤੇ ਤੁਸੀਂ ਕਰਪਸ਼ਨ ਦੇਖ ਸਕਦੇ ਹੋ। ਸੋ ਇਹਦੇ ਨਾਲ ਕੀ ਹੈ ਕਿ ਜਿਹੜਾ ਲਾਅ ਦਾ ਜਾਂ ਜਸਟਿਸ, ਇਨਸਾਫ ਦੀ ਇੱਕ ਨੇਚਰ ਹੈ, ਇੱਕ ਪਰਪਸ ਹੈ, ਇੱਕ ਆਪਣਾ ਮੇਨ ਮਕਸਦ ਹੈ, ਉਹ ਪੂਰਾ ਨਹੀਂ ਹੋ ਰਿਹਾ, ਡਿਫੀਟ ਹੋ ਰਿਹਾ ਪਰਪਸ ਆਫ ਲਾਅ ਐਂਡ ਜਸਟਿਸ। ਸੋ ਇੱਕ ਦੋ ਤਿੰਨ ਇੰਪੋਰਟੈਂਟ ਨਾਮ ਆਪਣੇ ਕੋਲ ਸਾਹਮਣੇ ਆਉਂਦੇ ਨੇ ਜਿਹੜੇ ਕਿ ਆਪਾਂ ਜਦੋਂ ਵੀ ਇੰਡੀਅਨ ਜੁਡੀਸ਼ੀਅਲ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਉਹ ਆਪਾਂ ਦੇਖਦੇ ਹਾਂ। ਸੋ ਪਹਿਲਾ ਇੰਪੋਰਟੈਂਟ ਕਲਾਸਿਕ ਡਿਸੀਜਨ ਜਿਹੜਾ ਕਿ ਸੁਪਰੀਮ ਕੋਰਟ ਨੇ ਲਿਆ ਸੀ ਉਹ ਸੀ ਕੇਸ਼ਵ ਨੰਦਾ ਭਾਰਤੀ ਕੇਸ ਦਾ। ਬੇਸਿਕਲੀ ਇਸ ਕੇਸ ਦੇ ਵਿੱਚੋਂ ਹੀ ਫੰਡਾਮੈਂਟਲ ਰਾਈਟਸ ਨਿਕਲ ਕੇ ਆਉਂਦੇ ਨੇ। ਫੰਡਾਮੈਂਟਲ ਰਾਈਟ ਕੇਸ ਵੀ ਕਿਹਾ ਜਾਂਦਾ ਹੈ ਕੇਸ਼ਵ ਨੰਦਾ ਭਾਰਤੀ ਕੇਸ ਨੂੰ। ਆਲਸੋ ਇਸੇ ਕੇਸ ਦੇ ਵਿੱਚ ਕਿਹਾ ਗਿਆ ਸੀ that preamble is part of constitution। ਇਸ ਤੋਂ ਪਹਿਲਾਂ ਇੱਕ ਰੀ ਬੈਰੂਬੇਰੀ ਨਾਮ ਦਾ ਕੇਸ ਸੀਗਾ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ ਪ੍ਰੀਐਮਬਲ ਹੈ ਆਪਣੇ ਸੰਵਿਧਾਨ ਤੋਂ ਪਹਿਲਾਂ ਜਿਹੜਾ ਲਿਖਿਆ ਹੋਇਆ ਵੀ ਦ ਪੀਪਲ ਆਫ ਇੰਡੀਆ, ਜਿਹਦੇ ਵਿੱਚ ਇਕੁਐਲਿਟੀ ਜਸਟਿਸ ਦੀ ਗੱਲ ਕੀਤੀ ਗਈ ਹੈ। ਸੋ ਜਿਹੜਾ ਪ੍ਰੀਐਮਬਲ ਹੈ, ਤੁਸੀਂ ਇਸ ਪ੍ਰੀਐਮਬਲ ਬਾਰੇ ਫੀਚਰਸ ਦੇ ਵਿੱਚ ਜਾ ਕੇ ਪੜ੍ਹ ਸਕਦੇ ਹੋ, ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾਤਾ। ਸੋ ਉੱਥੇ ਰੀ ਬੈਰੂਬੇਰੀ ਕੇਸ 'ਚ ਪਹਿਲਾਂ ਕਿਹਾ ਗਿਆ ਕਿ ਪ੍ਰੀਐਮਬਲ ਕਨਸਟੀਟਿਊਸ਼ਨ ਦਾ ਪਾਰਟ ਨਹੀਂ, ਪਰ ਕੇਸ਼ਵ ਨੰਦਾ ਭਾਰਤੀ ਨੇ ਇੰਪੋਰਟੈਂਟ ਡਿਸੀਜਨ ਦਿੰਦੇ ਹੋਏ ਕਿਹਾ ਕਿ ਪ੍ਰੀਐਮਬਲ ਵੀ ਕਨਸਟੀਟਿਊਸ਼ਨ ਦਾ ਪਾਰਟ ਹੈ। ਪ੍ਰੀਐਮਬਲ ਇੰਟਰੋਡਕਸ਼ਨ ਹੈ, ਮੇਨ ਜਿਹੜੀ ਹਾਰਟ ਐਂਡ ਸੋਲ ਹੈ ਕਨਸਟੀਟਿਊਸ਼ਨ ਦਾ, ਉਹ ਪ੍ਰੀਐਮਬਲ ਹੈ। ਉਸ ਤੋਂ ਬਾਅਦ ਇੱਕ ਪ੍ਰੋਫੈਸਰ ਉਪੇਂਦਰ ਬਖਸ਼ੀ ਨੇ ਇਹਨਾਂ ਨੂੰ PIL ਹੈ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ, ਉਹਦੇ ਲਈ ਜਾਣਿਆ ਜਾਂਦਾ ਹੈ। ਤੇ ਇਹਨਾਂ ਨੇ ਕਿਹਾ ਕਿ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ PIL ਫਾਈਲ ਕਰਦੇ ਆ ਉਹ ਸੋਸ਼ਲ ਐਕਸ਼ਨ ਲਿਟੀਗੇਸ਼ਨ ਹੈ, ਕਿਉਂਕਿ ਇਹ ਕਾਮਨ ਜਿਹੜਾ ਮੈਨ ਹੈ, ਇੱਕ ਆਮ ਇਨਸਾਨ ਹੈ, ਉਹਦੇ ਲਈ ਵੀ ਇੱਕ ਵਧੀਆ ਹੋਪ ਹੈ ਕਿ ਉਹ ਇਨਸਾਫ ਲੈ ਸਕਦਾ, ਇੱਕ ਆਸਾਨ ਤਰੀਕੇ ਦੇ ਨਾਲ PIL ਫਾਈਲ ਕਰ ਸਕਦਾ। ਲਾਸਟ ਵਿੱਚ ਇੱਕ ਰੀਸੈਂਟ ਹੁਣੇ ਆਪਾਂ ਨੇ 2018 ਦਾ ਇੰਪੋਰਟੈਂਟ ਕੇਸ ਦੇਖਿਆ, ਸੁਪਰੀਮ ਕੋਰਟ ਦਾ ਲੈਂਡਮਾਰਕ ਡਿਸੀਜਨ ਆਇਆ ਸੀ, decriminalized all consensual sex among adults including homosexual sex। So basically IPC Indian Penal Code ਦੀ ਧਾਰਾ 377 ਦੇ ਤਹਿਤ ਇੱਕ ਸੋਡੋਮੀ ਨਾਮ ਦੀ ਚੀਜ਼ ਸੀ, ਉਹਦੇ ਵਿੱਚ ਚੇਂਜ ਲਿਆਂਦੀ ਗਈ, ਜਿਹਦੇ ਵਿੱਚ ਕੀ ਸੀ ਕਿ ਡੀਕ੍ਰਿਮੀਨਲਾਈਜ਼ ਹੁਣ ਇਹਨਾਂ ਨੇ ਕਰਤਾ। ਪਹਿਲਾਂ ਉਹਨੂੰ ਕ੍ਰਿਮੀਨਲਾਈਜ਼ ਸੀ, ਮਤਲਬ ਕਿ ਇਸ ਕੇਸ ਆਉਣ ਤੋਂ ਪਹਿਲਾਂ ਜੇ ਕੋਈ ਸੋਡੋਮੀ ਦੇ ਅੰਦਰ ਐਕਟ ਕਰਦਾ ਸੀ ਤਾਂ ਉਹਨੂੰ ਕ੍ਰਿਮੀਨਲਾਈਜ਼ ਕੀਤਾ ਜਾਂਦਾ ਸੀ, ਉਹਨੂੰ ਪਨਿਸ਼ਮੈਂਟ ਮਿਲਦੀ ਸੀ। ਸੋ ਬੇਸਿਕਲੀ ਹੁਣ ਉਹਨੇ ਹਾਫ ਪਾਰਸ਼ਲੀ ਜਿਹੜਾ ਐਨੀਮਲ ਨਾਲ ਰਿਲੇਟਡ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੈਕਸ਼ੂਅਲ ਹਰਾਸਮੈਂਟ ਹੈ ਐਨੀਮਲਸ ਨਾਲ ਰਿਲੇਟਡ, ਉਹ ਹਜੇ ਵੀ ਕ੍ਰਿਮੀਨਲਾਈਜ਼ ਆ, ਉਹਦੇ ਲਈ ਹਜੇ ਵੀ ਪਨਿਸ਼ਮੈਂਟ ਮਿਲੂ। ਬਟ ਜਿਹੜੀ ਕੰਸੈਂਸ਼ੂਅਲ ਸੈਕਸ ਹੈ ਅਡਲਟਸ ਦਾ ਜਾਂ ਫਿਰ ਹੋਮੋਸੈਕਸ਼ੂਅਲ ਸੈਕਸ ਹੈ, ਇਹਦੇ ਵਿੱਚੋਂ ਹੀ LGBT ਰਾਈਟਸ ਵੀ ਨਿਕਲ ਕੇ ਆਉਂਦੇ ਨੇ। ਸੋ ਜਿਹੜੇ ਇੱਦਾਂ ਦੀਆਂ ਚੀਜ਼ਾਂ ਨੇ ਉਹ ਹੁਣ 377 ਤੋਂ ਹਟਾਤੀਆਂ ਤੇ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਤਾ, ਹੁਣ ਪਨਿਸ਼ਮੈਂਟ ਨਹੀਂ ਮਿਲੂਗੀ। ਸੋ ਇਹ ਕੇਸ ਸੀ ਨਵਤੇਜ ਸਿੰਘ ਜੌਹਰ ਵਰਸਸ ਯੂਨੀਅਨ ਆਫ ਇੰਡੀਆ, 6 ਸਤੰਬਰ ਨੂੰ ਇਹ ਆਇਆ ਸੀ। ਸੋ ਇਹ ਇੰਪੋਰਟੈਂਟ ਨਾਮ ਹੈ, ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਹੜਾ ਕੇਸ ਹੈ ਜਿਹਨੇ ਕਿ ਹੋਮੋਸੈਕਸ਼ੁਅਲਿਟੀ ਨੂੰ ਡੀਕ੍ਰਿਮੀਨਲਾਈਜ਼ ਕੀਤਾ ਹੈ।
The case is Navtej Singh Johar versus Union of India. So ਇਹ ਸੀ ਆਪਣਾ ਅੱਜ ਦਾ ਟੌਪਿਕ ਰਿਲੇਟਡ ਟੂ ਜੁਡੀਸ਼ੀਅਲ ਇੰਸਟੀਟਿਊਸ਼ਨਸ। ਆਈ ਹੋਪ ਤੁਹਾਨੂੰ ਟੌਪਿਕ ਬਹੁਤ ਈਜ਼ੀਲੀ ਸਮਝ ਆ ਗਿਆ ਹੋਊਗਾ and please do share, support and subscribe to my channel Victor's Knowledge. Thank you and good luck for all the upcoming exams.